ਇਹ ਹਸਪਤਾਲ ਦੀ ਜਿਹੜੀ ਤੁਸੀਂ ਬਿਲਡਿੰਗ ਵੇਖ ਰਹੇ ਹੋ, ਇਹ ਕੋਈ ਬਿਲਡਿੰਗ ਸਰਕਾਰੀ ਬਿਲਡਿੰਗ ਨਹੀਂ ਹੈਗੀ ਜਾਂ ਕੋਈ ਇਹ ਪ੍ਰਾਈਵੇਟ ਹਸਪੀਟਲ ਨਹੀਂ ਹੈਗਾ ਜਿਹੜਾ ਤੁਸੀਂ ਦੇਖ ਰਹੇ ਹੋ। ਲਾਇਬ੍ਰੇਰੀ ਵੀ ਬਣਵਾਈ ਗਈ ਹੈ ਜੀ। ਜਦੋਂ ਹਸਪੀਟਲ ਤੋਂ ਬਾਅਦ ਵੀ ਸਾਡਾ ਜਿਹੜੀ ਇਹ ਸੰਸਥਾ ਹੈਗੀ ਗੁਰਬਚਨ ਸਿੰਘ ਸੇਵਾ ਸੰਸਥਾ, ਇਹਦੇ ਦੋ ਹੀ ਜਿਹੜੇ ਮੁੱਖ ਮੰਤਵ ਨੇ, ਇੱਕ ਤੇ ਸਿਹਤ ਤੇ ਇੱਕ ਸਿੱਖਿਆ। ਇਹ ਲੈਬ ਬਣਾਈ ਗਈ ਹੈ ਜੀ। ਇਹ ਲੈਬ ਦੇ ਵਿੱਚ ਹਰੇਕ ਟੈਸਟ ਆ ਜਿਹੜੇ ਬਿਲਕੁਲ ਮੁਫਤ ਹੋਣਗੇ। ਜਦੋਂ ਕੋਈ ਵੀ ਫਰਨੀਚਰ ਵੇਖੋ ਅਗਲੇ ਨੂੰ ਲੱਗਦਾ ਹੈ ਕਿ ਯਾਰ ਇਹ ਤਾਂ ਕਿਸੇ ਪ੍ਰਾਈਵੇਟ ਕੰਪਨੀ ਦਾ ਹਸਪਤਾਲ ਹੋਣਾ, ਇਹ ਪਿੰਡ ਵਾਸੀਆਂ ਦਾ ਨਹੀਂ ਹੋਣਾ। ਇਹ ਬਜ਼ੁਰਗ ਬੈਠੇ ਨੇ, ਸੋਫਿਆਂ ਦਾ ਪ੍ਰਬੰਧ ਕੀਤਾ ਗਿਆ, ਬੱਚੇ ਜਿਹੜੇ ਹੈਗੇ ਨੇ ਉਹ ਵੀ ਬੈਠੇ ਹੋਏ ਨੇ। ਬਾਈ ਜੀ ਜੇ ਹਸਪਤਾਲ ਦੀ ਗੱਲ ਕਰ ਲਈਏ, ਕਿੰਨੀ ਕੁ ਜਿਹੜੀ ਲਾਗਤ ਹੈਗੀ ਆ ਹੁਣ ਤੱਕ ਲੱਗ ਚੁੱਕੀ ਹੈ? ਇਹਦੇ ਤੇ 65-70 ਲੱਖ ਰੁਪਇਆ ਕਹਿੰਦੇ ਆ ਜੀ। ਹਾਂਜੀ, ਜਿਹਦੇ ਵਿੱਚੋਂ ਜ਼ਿਆਦਾ ਪੈਸਾ ਜਿਹੜਾ ਉਹ ਸਵਰਗਵਾਸੀ ਸਾਬਕਾ ਸਰਪੰਚ ਗੁਰਬਚਨ ਸਿੰਘ ਸੇਵਾ ਸੰਸਥਾ ਉਹਨਾਂ ਵੱਲੋਂ ਡੋਨੇਟ ਕੀਤਾ ਗਿਆ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਸ਼ਬਦ ਦੇ ਨਾਲ ਜੁੜੇ ਹੋ। ਮੈਂ ਮਨਪ੍ਰੀਤ ਰਾਮਣਵਾਸ। ਪਿਛਲੇ ਦਿਨਾਂ ਦੇ ਵਿੱਚ ਇੱਕ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਇੱਕ ਰੌਲਾ ਪੈਂਦਾ। ਸਿਹਤ ਮੰਤਰੀ ਸਾਹਿਬ ਜਾਂਦੇ ਨੇ, ਗੱਦਿਆਂ ਤੋਂ ਰੌਲਾ ਸ਼ੁਰੂ ਹੁੰਦਾ, BC ਦੇ ਅਸਤੀਫੇ ਤੱਕ ਆਉਂਦਾ ਤੇ ਹੁਣ ਉਹ ਅਸਤੀਫਾ ਜਿਹੜਾ BC ਦਾ ਮਨਜ਼ੂਰ ਵੀ ਕਰ ਲਿਆ ਗਿਆ। ਪਰ ਅੱਜ ਇੱਕ ਅਜਿਹੇ ਹਸਪਤਾਲ ਦੀ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋ ਰਹੇ ਹਾਂ, ਜਿਸ ਹਸਪਤਾਲ ਦੀ ਕਹਾਣੀ ਨੂੰ ਸੁਣ ਕੇ ਤੁਸੀਂ ਵੀ ਅਹਿਸਾਸ ਕਰ ਉੱਠੋਗੇ। ਪਰ ਇਹ ਸਰਕਾਰ ਦਾ ਉਪਰਾਲਾ ਨਹੀਂ ਹੈਗਾ, ਵੱਡਾ ਉਪਰਾਲਾ ਪਿੰਡ ਵਾਸੀਆਂ ਦਾ। ਅੱਜ ਅਸੀਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋ ਦੇ ਵਿੱਚ ਖੜੇ ਹੋਏ ਹਾਂ। ਬੱਲੋ ਪਿੰਡ ਮੌੜ ਹਲਕੇ ਦਾ ਪਿੰਡ ਹੈ ਤੇ ਤਸਵੀਰਾਂ ਜਿਹੜੀਆਂ ਕੈਮਰਾਮੈਨ ਨੂੰ ਕਹੂੰਗਾ ਹਸਪਤਾਲ ਦੀਆਂ ਵਿਖਾ ਦੇਵੇ। ਇਹ ਹਸਪਤਾਲ ਦੀ ਜਿਹੜੀ ਤੁਸੀਂ ਬਿਲਡਿੰਗ ਵੇਖ ਰਹੇ ਹੋ, ਇਹ ਕੋਈ ਬਿਲਡਿੰਗ ਸਰਕਾਰੀ ਬਿਲਡਿੰਗ ਨਹੀਂ ਹੈਗੀ ਜਾਂ ਕੋਈ ਇਹ ਪ੍ਰਾਈਵੇਟ ਹਸਪੀਟਲ ਨਹੀਂ ਹੈਗਾ ਜਿਹੜਾ ਤੁਸੀਂ ਦੇਖ ਰਹੇ ਹੋ। ਇਹ ਕੁਝ ਲੋਕਾਂ ਦਾ ਸਹਿਯੋਗ ਹੈ ਤੇ ਉਹ ਸਹਿਯੋਗ ਇਸ ਵੱਡੀ ਬਿਲਡਿੰਗ ਦੇ ਰੂਪ ਦੇ ਵਿੱਚ ਬਦਲਿਆ। ਅੰਦਰ ਦੀਆਂ ਤਸਵੀਰਾਂ ਵੀ ਵਿਖਾਵਾਂਗੇ, ਕਿਹੜੀਆਂ ਸਹੂਲਤਾਂ ਨੇ, ਕਿਹੜੇ ਉਹ ਲੋਕ ਨੇ ਜਿਨ੍ਹਾਂ ਨੇ ਐਡੀ ਵੱਡੀ ਬਿਲਡਿੰਗ ਜਿਹੜੀ ਹੈਗੀ ਆ ਖੜੀ ਕਰ ਦਿੱਤੀ ਪਿੰਡ ਦੇ ਵਿੱਚ। ਜਿਹੜਾ ਹਸਪਤਾਲ ਆ ਪੂਰਾ ਉਹ ਵੀ ਤੁਹਾਨੂੰ ਵਿਖਾਊਂਗਾ, ਗੱਲਬਾਤ ਵੀ ਕਰਾਂਗੇ ਕਿਸ ਤਰ੍ਹਾਂ ਇਹ ਹਸਪਤਾਲ ਬਣਾਇਆ ਗਿਆ, ਕਿੰਨਾ ਦਾ ਸਹਿਯੋਗ ਜਿਹੜਾ ਹੈਗਾ। ਬਾਈ ਹੁਣੀ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਤੁਹਾਨੂੰ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਇਹ ਸਬ ਸੈਂਟਰ ਬੱਲੋ। ਤਾਂ ਨਾਲ ਦੱਸ ਦੇਵਾਂ ਕਿ ਸਵਰਗੀ ਗੁਰਬਚਨ ਸਿੰਘ ਸੇਵਾ ਸਮਿਤੀ ਉਹਨਾਂ ਦਾ ਇਹ ਉਪਰਾਲਾ ਹੈ। ਇੱਕ ਸੇਵਾ ਸੁਸਾਇਟੀ ਬਣੀ ਹੋਈ ਹੈ, ਉਹਨਾਂ ਦਾ ਉਪਰਾਲਾ ਅੱਜ ਏਡਾ ਵੱਡਾ ਹਸਪਤਾਲ ਬਣਾ ਦਿੱਤਾ ਕਿ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਸਰਕਾਰਾਂ ਵੀ ਨਹੀਂ ਬਣਾ ਸਕਦੀਆਂ, ਪਰ ਐਡਾ ਕੁ ਵੱਡਾ ਉਪਰਾਲਾ ਇਸ ਪਿੰਡ ਦਾ ਹੈ ਕਿ ਇਹਨਾਂ ਨੇ ਇੱਕ ਹਸਪਤਾਲ ਜਿਹੜਾ ਹੈਗਾ ਬਣਾ ਦਿੱਤਾ। ਤਾਂ ਤਸਵੀਰਾਂ ਜਿਹੜੀਆਂ ਤੁਹਾਨੂੰ ਪੂਰੇ ਹਸਪਤਾਲ ਦੀਆਂ ਵਿਖਾਵਾਂਗੇ। ਸਾਰੇ ਹਸਪਤਾਲ ਦੀ ਜਿਹੜੀ ਕੱਲੀ ਗੱਲ ਹੈ ਜਿਹੜੀ ਉਹ ਤੁਹਾਨੂੰ ਦੱਸਾਂਗੇ। ਬਾਈ ਹੁਣੀ ਸਾਡੇ ਨਾਲ ਹੋਣਗੇ। ਬਾਈ ਜੀ ਇਸ ਕਮਰੇ ਦੀ ਗੱਲ ਕਰ ਲਈਏ, ਜਦੋਂ ਕੋਈ ਵੀ ਫਰਨੀਚਰ ਵੇਖੋ ਅਗਲੇ ਨੂੰ ਲੱਗਦਾ ਹੈ ਕਿ ਯਾਰ ਇਹ ਤਾਂ ਕਿਸੇ ਪ੍ਰਾਈਵੇਟ ਕੰਪਨੀ ਦਾ ਹਸਪਤਾਲ ਹੋਣਾ, ਇਹ ਪਿੰਡ ਵਾਸੀਆਂ ਦਾ ਨਹੀਂ ਹੋਣਾ ਜੀ। ਇੱਥੇ ਜਿਵੇਂ ਜਿਹੜਾ ਸਾਡੇ ਪਿੰਡ ਵੱਲੋਂ ਇਹ ਉਪਰਾਲਾ ਕੀਤਾ ਗਿਆ, ਗੁਰਬਚਨ ਸਿੰਘ ਸੇਵਾ ਸੰਸਥਾ ਵੱਲੋਂ ਉਪਰਾਲਾ ਕੀਤਾ ਗਿਆ ਵੀ ਜਿਹੜੀਆਂ ਵੀ ਇੱਕ ਹਸਪੀਟਲ ਦੇ ਵਿੱਚ ਸਹੂਲਤਾਂ ਹੋਣੀਆਂ ਚਾਹੀਦੀਆਂ, ਉਹ ਸਾਰੀਆਂ ਇੱਥੇ ਸਹੂਲਤਾਂ ਦਿੱਤੀਆਂ ਗਈਆਂ। ਬਸ ਇੱਕ ਇਕੱਲੀ ਸਾਨੂੰ ਸਟਾਫ ਦੀ ਤੇ ਫਰਨੀਚਰ ਦੀ, ਜਿੰਨਾ ਵੀ ਹੋਰ ਲੋੜੀਂਦਾ ਤੇ ਦਵਾਈਆਂ ਦੀ, ਉਹਦੀ ਘਾਟ ਮਾਰ ਰਹੀ ਹੈ। ਬਾਈ ਆਪਾਂ ਸਾਰੇ ਕਮਰਿਆਂ ਦੀ ਜਿਹੜੀ ਗੱਲਬਾਤ ਕਰਨੀ ਆ। ਇਹ ਕਮਰਾ ਜੇ ਕਿਸ ਕੰਮ ਦੇ ਲਈ, ਕਿਹੜਾ ਡਾਕਟਰ ਇੱਥੇ ਬੈਠਿਆ? ਇਹ ਚੈੱਕਅਪ ਦੇ ਲਈ ਹੈ ਜੀ। ਚੈੱਕਅਪ ਰੂਮ ਹੈ, ਜਿਵੇਂ ਕੋਈ ਮਰੀਜ਼ ਆਉਂਦਾ ਉਹਦਾ ਪਹਿਲਾਂ ਇੱਥੇ ਚੈੱਕਅਪ ਹੁੰਦਾ ਗਾ ਤੇ ਇੱਥੇ ਚੈੱਕਅਪ ਕਰਕੇ ਬਾਅਦ ਦੇ ਵਿੱਚ ਦਵਾਈਆਂ ਦੂਸਰਾ ਰੂਮ ਹੈ ਜਿੱਥੇ ਡਾਕਟਰ ਬਹਿੰਦਾ, ਉਹ ਦਵਾਈਆਂ ਦਿੰਦੇ। ਤਾਂ ਬਾਈ ਹਸਪਤਾਲ ਬੜਾ ਸੋਹਣਾ ਬਣਾਇਆ, ਬਹੁਤ ਸਾਰੇ ਲੋਕ ਆਪਾਂ ਨੂੰ ਵੇਖ ਰਹੇ ਹੈ ਤੇ ਬਾਅਦ ਚੋਂ ਵੇਖਣਗੇ। ਤਾਂ ਆਹ ਜਿਹੜਾ ਤਸਵੀਰ ਦਿਖਾ ਰਹੇ ਹਾਂ ਅਸੀਂ ਇਸ ਵੇਲੇ ਸਕਰੀਨ ਦੇ ਉੱਤੇ, ਇਹ ਕਮਰਾ ਜਿਹੜਾ ਹੈਗਾ, ਇਹ ਰੂਮ ਕਿਸ ਕੰਮ ਲਈ ਵਰਤੇ? ਇਹ ਸਟੋਰ ਰੂਮ ਹੈ ਜੀ, ਦਵਾਈਆਂ ਰੱਖਣ ਦੇ ਲਈ। ਹਲੇ ਸਬ ਸੈਂਟਰ ਦਾ ਕਰਕੇ, ਕਿਉਂਕਿ ਪਹਿਲਾਂ ਸਬ ਸੈਂਟਰ ਚੱਲ ਰਿਹਾ, ਤਾਂ ਕਰਕੇ ਜਿੰਨੀਆਂ ਵੀ ਹਲੇ ਸਬ ਸੈਂਟਰ ਦੇ ਵਿੱਚ ਇੱਕ ਦਵਾਈਆਂ ਹੁੰਦੀਆਂ ਵੀ ਛੋਟੇ ਰੂਪ ਡਿਸਪੈਂਸਰੀ ਦੇ ਵਿੱਚ, ਉਹ ਇੱਥੇ ਹੈਗੀਆਂ। ਬਾਕੀ ਅਸੀਂ ਸਰਕਾਰ ਤੋਂ ਮੰਗ ਕਰਦੇ ਵੀ ਹੋਰ ਦਵਾਈਆਂ ਸਾਨੂੰ ਮੁਹੱਈਆ ਕਰਾਈਆਂ ਜਾਣ। ਤਾਂ ਇਹ ਉੱਪਰ ਬਿਲਡਿੰਗ ਬਣੀ ਹੋਈ ਹੈ ਜਿਹੜੀਆਂ ਪੌੜੀਆਂ, ਇਹ ਹਾਂਜੀ ਉੱਪਰ ਲਾਇਬ੍ਰੇਰੀ ਵੀ ਬਣਵਾਈ ਗਈ ਹੈ ਜੀ। ਜਦੋਂ ਹਸਪੀਟਲ ਤੋਂ ਬਾਅਦ ਵੀ ਸਾਡਾ ਜਿਹੜੀ ਇਹ ਸੰਸਥਾ ਹੈਗੀ ਗੁਰਬਚਨ ਸਿੰਘ ਸੇਵਾ ਸੰਸਥਾ, ਇਹਦੇ ਦੋ ਹੀ ਜਿਹੜੇ ਮੁੱਖ ਮੰਤਵ ਨੇ, ਇੱਕ ਤੇ ਸਿਹਤ ਤੇ ਇੱਕ ਸਿੱਖਿਆ। ਸਿਹਤ ਦੇ ਪੱਖੋਂ ਤੁਸੀਂ ਦੇਖ ਹੀ ਲਿਆ ਹਸਪੀਟਲ ਬਣਾਇਆ ਗਿਆ, ਤੇ ਸਿੱਖਿਆ ਦੇ ਪੱਖੋਂ ਜੀ ਇੱਥੇ ਇੱਕ ਲਾਇਬ੍ਰੇਰੀ ਤੇ ਜਿਹੜਾ ਸਾਡਾ ਪ੍ਰਾਇਮਰੀ ਸਕੂਲ ਹੈ ਤੇ ਹਾਈ ਸਕੂਲ ਆ, ਉਹਦੇ ਵਿੱਚ 7 ਤੋਂ 8 ਟੀਚਰ ਹੈ ਜਿਹੜੇ ਉਹ ਸੰਸਥਾ ਬਣੀਓ ਰੱਖੇ ਗਏ ਆ, ਕਿਉਂਕਿ ਉੱਥੇ ਅਸਾਮੀਆਂ ਖਾਲੀ ਨੇ, ਤਾਂ ਕਰਕੇ। ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਇੱਕ ਵਾਰੀ ਬਾਥਰੂਮ ਦੀਆਂ ਵਿਖਾ ਦੇਵੇ। ਬਾਥਰੂਮ ਇੰਨੇ ਕੋ, ਕਿਉਂਕਿ ਹਰ ਇੱਕ ਗੱਲ ਦਾ ਬੜਾ ਖਿਆਲ ਰੱਖਿਆ ਗਿਆ ਹੈ। ਬੜੇ ਸਾਫ਼ ਤੇ ਸੁੰਦਰ ਜਿਹੜੇ ਬਾਥਰੂਮ ਆ ਉਹ ਵੀ ਤਿਆਰ ਕੀਤੇ ਗਏ ਨੇ। ਬਾਈ ਹੁਣੀ ਸਾਡੇ ਨਾਲ ਲਗਾਤਾਰ ਜਿਹੜੀ ਗੱਲਬਾਤ ਆ ਉਹ ਕਰ ਰਹੇ ਆ। ਬਾਥਰੂਮ ਨੇ ਜਿਹੜੇ ਉਹ ਖਾਸ ਤੌਰ ਤੇ ਖਿਆਲ ਰੱਖਿਆ ਗਿਆ। ਔਰ ਆ ਪੱਟੀਆਂ ਵਾਲਾ ਜਿਹੜਾ ਰੂਮ ਹੈ, ਜਿਸ ਤਰ੍ਹਾਂ ਤੁਸੀਂ ਕਿਸੇ ਵੀ ਬਾਈ ਹਸਪਤਾਲ ਦੇ ਵਿੱਚ ਜਾਂਦੇ ਆ, ਭੁਲੇਖਾ ਸੇਮ ਹਸਪਤਾਲ ਦਾ ਤਾਂ ਪੈਣੀ ਆ। ਚਲੋ ਉਸ ਨਕਸ਼ੇ ਦੇ ਮੁਤਾਬਕ ਤੁਹਾਡਾ ਜਿਹੜਾ ਹਸਪਤਾਲ ਇਹ ਤਿਆਰ ਹੋਇਆ, ਪਰ ਸਹਿਯੋਗ ਜਿਹੜਾ ਹੈਗਾ ਪਿੰਡ ਦੇ ਲੋਕਾਂ ਦਾ, ਇਹ ਵੱਡੀ ਗੱਲ ਹੈ। ਇਹ ਕਮਰਾ ਜਿਹੜਾ ਪੱਟੀਆਂ ਵਾਸਤੇ ਬਣਾਇਆ, ਹਾਂਜੀ ਇਹ ਡਰੈਸਿੰਗ ਕਰਨ ਦੇ ਲਈ ਪੱਟੀਆਂ ਵਾਲਾ ਰੂਮ ਹੈ, ਇਹ ਬਣਾਇਆ ਗਿਆ ਵੀ ਚੱਲੀ ਜਾਂਦਾ। ਹੋਰ ਵੀ ਜਿਹੜੇ ਤੁਹਾਨੂੰ ਕਮਰੇ ਨੇ, ਤਸਵੀਰਾਂ ਨੇ ਜਿਹੜੀਆਂ ਦਿਖਾ ਰਹੇ ਆ।
ਤਾਂ ਇਹ ਬਈ ਜੇ ਇਸ ਗੱਲ ਦੀ ਅਮਰਿੰਦਰ ਕੌਰ ਹੋਣੀ ਇੱਥੇ ਬੈਠਦੇ ਨੇ, ਇਹ ਕਿਸ ਕੰਮ ਦੇ ਲਈ? ਇਹ MPH ਰੂਮ ਹੈ, ਅਰਵਿੰਦਰ ਕੌਰ ਜੀ ਇੱਥੇ ਬਹਿੰਦੇ ਨੇ ਤੇ ਇਹ ਟੈਸਟਿੰਗ ਦੇ ਲਈ ਆ। ਹੁਣ ਜਿਵੇਂ ਕੋਈ ਲੇਡੀਜ਼ ਆਉਂਦੀਆਂ ਨੇ, ਕਿਉਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਇਹ ਸਬ ਸੈਂਟਰ ਚੱਲਦਾ, ਵੀ ਇੱਥੇ ਜਿੰਨੇ ਵੀ ਹੁਣ ਮਰੀਜ਼ ਆਉਂਦੇ ਆ ਵੀ ਆ ਰਹੇ ਨੇ ਉਹਨਾਂ ਦੇ ਚੈੱਕਅਪ ਦੇ ਲਈ ਜਾਂ ਦਵਾਈਆਂ ਦੇ ਲਈ, ਉਹ ਇਹ ਰੂਮ ਹੈ। ਤਾਂ ਬਈ ਜਿਸ ਤਰ੍ਹਾਂ ਹਸਪਤਾਲ ਦੀ ਜੇ ਗੱਲ ਕਰ ਲਈਏ, ਬਿਲਡਿੰਗ ਬੜੀ ਸੋਹਣੀ ਬਣਾਈ ਗਈ ਹੈ, ਤਾਂ ਇਹ ਬਿਲਡਿੰਗ ਕਿੰਨੇ ਕੁ ਸਮੇਂ 'ਚ ਜਿਹੜੀ ਹੈਗੀ ਆ ਤਿਆਰ ਹੋ ਗਈ ਸੀ ਬਣ ਕੇ? ਇਹ ਲਗਭਗ 1.5 ਸਾਲ ਦਾ ਸਮਾਂ ਲੱਗਿਆ ਇਹਨੂੰ ਤਿਆਰ ਹੋਣ ਦੇ ਲਈ। ਪਹਿਲਾਂ ਵਾਲੀ ਜਿਹੜੀ ਬਿਲਡਿੰਗ ਸੀ ਇੱਥੇ ਡਿਸਪੈਂਸਰੀ ਦੀ, ਉਹ ਬਿਲਕੁਲ ਖਸਤਾ ਹੋ ਚੁੱਕੀ ਸੀ। ਤਾਂ ਸਾਡੇ ਜਿਹੜੇ ਇਹ ਸੰਸਥਾ ਦੇ ਮੈਂਬਰ ਜਾਂ ਪਿੰਡ ਵਾਸੀਆਂ ਬਣੀਓ ਇਹ ਵੀ ਕਿਹਾ ਗਿਆ ਵੀ ਇੱਥੇ ਜਿਹੜੀ ਇਹ ਬਿਲਡਿੰਗ ਨੂੰ ਦੁਬਾਰੇ ਤੋਂ ਅਸੀਂ ਨਵੇਂ ਸਿਰੇ ਤੋਂ ਬਣਾਈਏ। ਤਾਂ ਸਰਕਾਰ ਦੇ ਸਹਿਯੋਗ ਦੇ ਨਾਲ ਤੇ ਜਿਹੜੀ ਸੰਸਥਾ ਦੇ ਸਹਿਯੋਗ ਦੇ ਨਾਲ ਇਹ ਹਸਪੀਟਲ ਬਣਾਇਆ ਗਿਆ। ਤਾਂ ਤਸਵੀਰਾਂ ਇੱਕ ਵਾਰੀ ਵਿਖਾ ਦਈਏ ਬਈ। ਇਸ ਕਮਰੇ ਦੀ ਗੱਲ ਕਰ ਲਈਏ ਤਾਂ ਇਸ ਕਮਰੇ ਦੇ ਵਿੱਚ ਡਾਕਟਰ ਫਿਲਹਾਲ ਬਹਿੰਦੇ ਨੇ, ਲੋਕਾਂ ਦੇ ਲਈ ਸਹੂਲਤਾਂ ਹੈਗੀ ਹੈ ਹਾਲੇ? ਹਾਂਜੀ, ਇੱਥੇ ਡਾਕਟਰ ਬਹਿੰਦੇ ਨੇ, ਹਰਵਿੰਦਰ ਕੌਰ ਜੀ ਬਹਿੰਦੇ ਆ ਇੱਥੇ, ਕਮਿਊਨਿਟੀ ਹੈਲਥ ਅਫਸਰ ਨੇਗੇ, ਉਹ ਇੱਥੇ ਦਵਾਈਆਂ ਦੇ ਰਹੇ। ਅੱਗੇ ਵੀ ਜਿਹੜੀਆਂ ਤਸਵੀਰਾਂ ਨੇ, ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਇਹ ਹਾਲ ਵਿਖਾ ਦੇਵੇ। ਇਸ ਹਸਪਤਾਲ ਦਾ ਜਿਹੜਾ ਪੂਰਾ ਹਾਲ ਹੈ, ਵੇਟਿੰਗ ਰੂਮ ਜਿਹੜਾ ਬਣਾਇਆ ਗਿਆ ਹੈ, ਵੱਡਾ ਹਾਲ ਹੈ ਇੱਥੇ ਵੀ, ਜਿਹੜਾ ਕਿਉਂਕਿ ਹਾਲੇ ਜਿਹੜਾ ਫਰਨੀਚਰ ਹੈ ਉਸ ਦੀ ਕਮੀ ਹੈ ਜਿਹੜੀ ਹੈਗੀ ਆ, ਉਹ ਵੀ ਜਲਦ ਜਿਹੜੀ ਪੂਰੀ ਹੋਵੇਗੀ। ਉਮੀਦ ਕਰਦੇ ਹਾਂ ਕਿ ਸਰਕਾਰ ਇਹਨਾਂ ਲੋਕਾਂ ਦਾ ਇੰਨਾ ਕੁ ਸਹਿਯੋਗ ਕਰੇ ਵੀ ਇਹਨਾਂ ਦਾ ਹੌਸਲਾ ਹੋਰ ਜਿਹੜਾ ਦੁੱਗਣਾ ਹੋਵੇ। ਬਾਈ ਜੇ ਇਸ ਰੂਮ ਦੀ ਗੱਲ ਕਰ ਲਈ, ਇਹ ਲੈਬ ਬਣਾਈ ਗਈ ਹੈ ਜੀ। ਜਦੋਂ ਇੱਥੇ ਹਸਪੀਟਲ ਵੀ ਪ੍ਰੋਪਰ ਢੰਗ ਦੇ ਨਾਲ ਚੱਲਣ ਲੱਗ ਗਿਆ ਤਾਂ ਇੱਥੇ ਜਿਹੜੇ ਇਹ ਲੈਬ ਦੇ ਵਿੱਚ ਹਰੇਕ ਟੈਸਟ ਆ ਜਿਹੜੇ ਬਿਲਕੁਲ ਮੁਫਤ ਹੋਣਗੇ, ਕਿਉਂਕਿ ਹੁਣ ਵੀ ਇੱਥੇ 35 ਦੇ ਲਗਭਗ ਜਿਹੜੇ ਟੈਸਟ ਆ ਉਹ ਮੁਫਤ ਹੋ ਰਹੇ ਆ, ਕਿਉਂਕਿ ਡਿਸਪੈਂਸਰੀ ਚੱਲ ਰਹੀ ਆ ਪਹਿਲਾਂ ਤੋਂ। ਤਾਂ ਇਹ ਜਿਹੜਾ ਇਹ ਵਾਲਾ ਕਮਰਾ ਹੈਗਾ, ਇਹ ਬਈ ਜੇ ਹਸਪਤਾਲ ਦੀ ਜੇ ਬੈੱਡ ਦੀ ਗੱਲ ਕਰ ਲਈਏ, ਕਿੰਨੀ ਗਿਣਤੀ ਹੈਗੀ ਹੈ, ਕਿੰਨੇ ਬੈੱਡ ਦਾ ਇਹ ਹਸਪੀਟਲ ਜਿਹੜਾ ਬਣੇਗਾ? 3 ਬੈੱਡ ਦਾ ਜੀ ਵਾਰਡ ਬਣਾਇਆ ਹੋਇਆ ਸੀ, ਉਹਦੇ ਵਿੱਚ ਹਰੇਕ ਸਹੂਲਤ ਦਿੱਤੀ ਗਈ ਹੈ ਜਿੰਨੀ ਵੀ ਲੋੜੀਂਦੀ ਹੁੰਦੀ ਹੈ। ਤਾਂ ਬਈ ਇੱਕ ਹੋਰ ਹੈਗਾ, ਸਰਕਾਰ ਜਿਹੜੀ ਹੈਗੀ ਆ ਮੁਹੱਲਾ ਕਲੀਨਿਕ ਬਣਾ ਰਹੀ ਹੈ। ਤਾਂ ਜਿਸ ਤਰ੍ਹਾਂ ਤੁਸੀਂ ਇੱਕ ਵੱਡੀ ਬਿਲਡਿੰਗ ਤਿਆਰ ਕਰਾ ਕੇ ਦਿੱਤੀ ਹੈ, ਹੋ ਨਹੀਂ ਸਕਦਾ ਕਿ ਮੁਹੱਲਾ ਕਲੀਨਿਕ ਜਿੱਥੇ ਖਰਚ ਵੱਡਾ ਕੀਤਾ ਜਾ ਰਿਹਾ ਤਾਂ ਇਸ ਹਸਪਤਾਲ ਦੇ ਵਿੱਚ ਇੰਨੀਆਂ ਕੁ ਸਹੂਲਤਾਂ ਦਿੱਤੀਆਂ ਜਾਣ ਕਿ ਪਾਸੇ-ਆਸੇ ਦੇ ਜਿਹੜੇ ਵੀ ਪਿੰਡ ਹੈਗੇ ਉਹਨਾਂ ਨੂੰ ਵੀ ਨਾਲ ਸਹੂਲਤ। ਵੈਸੇ ਅਸੀਂ ਤਾਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਵੀ 24x7 ਐਮਰਜੈਂਸੀ ਹਸਪੀਟਲ ਇਹ ਬਣਾਇਆ ਜਾਵੇ, ਤਾਂ ਜੋ ਇੱਥੇ ਨੇੜੇ ਦੇ 4-5 ਜਿਹੜੇ ਪਿੰਡ ਨੇ ਉਹਨਾਂ ਨੂੰ ਇੱਥੋਂ ਸਹੂਲਤ ਮਿਲ ਸਕੇ। ਤੇ ਜੇ ਅਸੀਂ ਸਰਕਾਰ ਨੂੰ ਇਹ ਵੀ ਅਪੀਲ ਕਰਦੇ ਹਾਂ ਵੀ ਜੇ ਤੁਸੀਂ ਮੁਹੱਲਾ ਕਲੀਨਿਕ ਵੀ ਬਣਾਉਣਾ ਚਾਹੁੰਦੇ ਹੋ ਤਾਂ ਇੱਥੇ ਜਿਹੜੀ ਸਾਡੇ ਕੋਲ ਬਿਲਡਿੰਗ ਹੈ ਜਿਹੜੀ ਬਹੁਤ ਜਿਹੜਾ ਚੰਗੇ ਢੰਗ ਦੇ ਨਾਲ ਅਸੀਂ ਬਣਾ ਕੇ ਤਿਆਰ ਕਰ ਦਿੱਤੀ ਹੈ ਸਾਡੇ ਪਿੰਡ ਵਾਸੀਆਂ ਬਣਿਓ, ਵੀ ਤੁਸੀਂ ਆ ਕੇ ਜਿਹੜੇ ਮੁਹੱਲਾ ਕਲੀਨਿਕ ਬਣਾ ਰਹੇ ਹੋ ਉਹ ਇੱਥੇ ਕਿਉਂ ਨਾ ਸ਼ੁਰੂਆਤ ਕੀਤੀ ਜਾਵੇ। ਤਾਂ ਬਈ ਇਹ ਆਕਸੀਜਨ ਦਾ ਜਿਹੜਾ ਪ੍ਰਬੰਧ ਕੀਤਾ ਗਿਆ? ਹਾਂਜੀ, ਇਹ ਪਾਈਪਾਂ ਜਿਹੜੀਆਂ ਆਕਸੀਜਨ ਦੇ ਲਈ ਪਾਈਆਂ ਗਈਆਂ, ਵੀ ਹਰੇਕ ਸਹੂਲਤ ਹੈ ਜਿੰਨੀ ਵੀ ਸਾਡੇ ਬਣਿਓ, ਸਾਡੇ ਪਿੰਡ ਵਾਲਿਆਂ ਵੱਲੋਂ, ਸੰਸਥਾ ਬਣਿਓ, ਜਿੰਨੀ ਵੀ ਜਿਹੜੀ ਸਹੂਲਤ ਦੇ ਸਕਦੇ ਸੀ ਉਨੀ ਉਹਨਾਂ ਨੇ ਦਿੱਤੀ ਹੈ। ਬਾਕੀ ਜਿਹੜੀ ਸਹੂਲਤ ਦੀ ਘਾਟ ਆ ਅਸੀਂ ਉਹ ਸਰਕਾਰ ਬਣਿਓ ਮੰਗ ਕਰਦੇ ਹਾਂ ਵੀ ਸਾਨੂੰ ਦਿੱਤੀ। ਇਹ ਵੀ ਬਾਈ ਕਮਰਾ ਬਹੁਤ ਸੋਹਣਾ ਤਿਆਰ ਕੀਤਾ। ਇਹ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਵਾਰਡ ਰੂਮ ਹੈ ਜੀ, 3 ਬੈੱਡਾਂ ਦਾ ਵਾਰਡ ਆ ਇਹ ਬਣਾਇਆ ਗਿਆ। ਇਸ ਦੇ ਵਿੱਚ 3 ਬੈੱਡ ਲੱਗਣਗੇ ਜੀ। ਤਾਂ ਬਈ ਜਿਸ ਤਰ੍ਹਾਂ ਹਸਪਤਾਲ ਦੀ ਬਹੁਤ ਸੋਹਣੀ ਬਿਲਡਿੰਗ ਆ, ਤਾਂ ਤੁਹਾਡੇ ਪਿੰਡ ਦੇ ਲੋਕਾਂ ਦਾ ਜੇ ਗੱਲ ਕਰ ਲਵਾਂ, ਆਮ ਜਿਹੜੇ ਲੋਕ ਨੇ ਉਹ ਕਿੰਨਾ ਕੁ ਸਹਿਯੋਗ ਕਰ ਰਹੇ? ਸਾਡੇ ਪਿੰਡ ਦੇ ਲੋਕਾਂ ਦਾ ਜੀ ਪੂਰਾ ਸਹਿਯੋਗ ਹੈ, ਕਿਉਂਕਿ ਇਹ ਜਿਹੜਾ ਇਹ ਕੰਮ ਹੈ ਐਡੇ ਵੱਡੇ ਕੰਮ, ਹੁਣ ਤੁਹਾਨੂੰ ਦੱਸਿਆ ਵੀ 70 ਤੋਂ 80 ਲੱਖ ਰੁਪਇਆ ਲੱਗ ਚੁੱਕਿਆ। ਇਹ ਪਿੰਡ ਦੇ ਸਹਿਯੋਗ ਤੋਂ ਬਿਨਾਂ ਜਿਹੜਾ ਏਕੇ ਤੋਂ ਬਿਨਾਂ ਇਹ ਲੱਗ ਨਹੀਂ ਸਕਦਾ, ਇਹ ਹੋ ਨਹੀਂ ਸਕਦੇ ਕੰਮ। ਲਾਇਬ੍ਰੇਰੀ ਵੀ ਬਣੀ ਹੋਈ ਹੈ ਹਸਪਤਾਲ ਦੇ ਉੱਪਰ, ਲਾਇਬ੍ਰੇਰੀ ਵੀ ਤੁਹਾਨੂੰ ਵਿਖਾਵਾਂਗੇ ਜਿੱਥੇ ਛੋਟੇ ਬੱਚੇ ਜਿਹੜੇ ਨੇ ਉਹ ਪੜ੍ਹ ਰਹੇ ਨੇ। ਇਸ ਹਸਪਤਾਲ ਦੀਆਂ ਤਸਵੀਰਾਂ ਵੇਖ ਕੇ ਤੁਸੀਂ ਅੰਦਾਜ਼ਾ ਲਾ ਲਿਆ ਹੋਵੇਗਾ ਕਿ ਇਸ ਪਿੰਡ ਦੇ ਲੋਕ ਕਿੰਨੇ ਕੁ ਅਗਾਂਹ ਵਧੂ ਨੇ। ਕਿਹਾ ਇਹ ਜਾਂਦਾ ਰਿਹਾ ਕਿ ਜਿਹੜਾ ਪੰਜਾਬ ਦੇ ਹਲੇ ਪਿੰਡ ਨੇ ਉਹ ਗਲੀਆਂ ਨਾਲੀਆਂ ਦੇ ਵਿਕਾਸ ਤੋਂ ਬਾਹਰ ਨਹੀਂ ਆਏ, ਪਰ ਇਸ ਪਿੰਡ ਦਾ ਇੰਨਾ ਕੁ ਵੱਡਾ ਉਪਰਾਲਾ ਹੈ ਕਿ ਇਹ ਗਲੀਆਂ ਨਾਲੀਆਂ ਨਹੀਂ, ਇਹਨਾਂ ਨੇ ਇੱਕ ਹਸਪਤਾਲ ਖੜਾ ਕਰ ਦਿੱਤਾ। ਹਸਪਤਾਲ ਵੀ ਇੰਨਾ ਕੁ ਸੋਹਣਾ ਖੜਾ ਕੀਤਾ, ਇੰਨਾ ਕੁ ਧਿਆਨ ਰੱਖਿਆ ਗਿਆ ਹਸਪਤਾਲ ਬਣਾਉਣ ਵੇਲੇ ਕਿ ਹਰ ਗੱਲ ਦੇ ਉੱਤੇ ਧਿਆਨ ਦਿੱਤਾ ਗਿਆ। ਹਸਪਤਾਲ ਦੀ ਜੇ ਗੱਲ ਕਰ ਲਈਏ, ਜਦੋਂ ਤੁਸੀਂ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਾਓਗੇ ਤੁਹਾਨੂੰ ਇਹ ਪ੍ਰਾਈਵੇਟ ਹਸਪੀਟਲ ਦਾ ਭੁਲੇਖਾ ਪਾਉਂਦਾ ਹੋਵੇਗਾ ਜਦੋਂ ਤਸਵੀਰਾਂ ਵੇਖ ਰਹੇ ਸੀ, ਪਰ ਇਹ ਪਿੰਡ ਦੇ ਲੋਕ ਨੇ, ਪਿੰਡ ਦੇ ਸਹਿਯੋਗ ਦੇ ਨਾਲ ਇਹ ਸਭ ਕੁਝ ਕੀਤਾ ਗਿਆ। ਸਵਰਗਵਾਸੀ ਗੁਰਬਚਨ ਸਿੰਘ ਸੇਵਾ ਸਮਿਤੀ ਉਹਨਾਂ ਦੇ ਵੱਲੋਂ ਉਪਰਾਲਾ, ਔਰ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਇਸ ਪਿੰਡ ਦੇ ਲੋਕ ਨੇ ਜਿਹੜੇ ਉਹ ਲਗਾਤਾਰ ਸਹਿਯੋਗ ਇਸ ਪਿੰਡ ਦਾ ਕਰ ਰਹੇ ਨੇ। ਇਸ ਹਸਪਤਾਲ ਨੂੰ ਹੋਰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਉਪਰਾਲੇ ਕਰ ਰਹੇ ਨੇ। ਤੇ ਹੁਣ ਤੁਹਾਨੂੰ ਲਾਇਬ੍ਰੇਰੀ ਹੈ ਜਿਹੜੀ ਉੱਥੇ ਵੀ ਵਿਖਾਵਾਂਗੇ, ਜਿੱਥੇ ਹਸਪਤਾਲ ਦੀ ਬਿਲਡਿੰਗ ਇੰਨੀ ਕੁ ਸੋਹਣੀ ਬਣਾਈ ਗਈ ਆ ਔਰ ਖਾਸ ਹਰ ਇੱਕ ਗੱਲ ਦਾ ਜਿਹੜਾ ਧਿਆਨ ਰੱਖਿਆ ਗਿਆ, ਉੱਥੇ ਹੀ ਲਾਇਬ੍ਰੇਰੀ ਦਾ ਪ੍ਰਬੰਧ ਕੀਤਾ ਗਿਆ। ਕਿਉਂਕਿ ਜਦੋਂ ਕਹਿੰਦੇ ਨੇ ਕਿਸੇ ਕੌਮ ਦੀ ਗੱਲ ਕਰੀਏ, ਕਿਸੇ ਖਿੱਤੇ ਦੀ ਗੱਲ ਕਰੀਏ, ਉਹ ਖਿੱਤਾ ਉਹਨਾਂ ਕੁ ਚਿਰ ਆਪਣੇ ਦਮ ਤੇ ਲੜ ਸਕਦਾ, ਉਸ ਕੌਮ ਦੇ ਲੋਕ ਉਹਨਾਂ ਕੁ ਚਿਰ ਲੜ ਸਕਦੇ ਨੇ ਜਦੋਂ ਤੱਕ ਉਹਨਾਂ ਨੂੰ ਆਪਣੇ ਇਤਿਹਾਸ ਸੰਬੰਧੀ, ਆਪਣੀ ਹਿਸਟਰੀ ਦਾ ਪਤਾ ਹੋਵੇਗਾ। ਕੌਣ ਉਹਨਾਂ ਦੇ ਬਜ਼ੁਰਗ ਸੀ ਜਿਨ੍ਹਾਂ ਨੇ ਉਹਨਾਂ ਦੇ
ਕੁਰਬਾਨੀਆਂ ਕੀਤੀਆਂ, ਕੌਣ-ਕੌਣ ਲੋਕ ਸੀ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਲਈ। ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਹੋਣਾਂ ਦੀ ਜੇ ਗੱਲ ਕਰ ਲਈਏ, ਲਾਇਬ੍ਰੇਰੀ ਦੇ ਵਿੱਚ ਤਸਵੀਰਾਂ ਨੇ ਜਿਹੜੀਆਂ ਉਹ ਵੀ ਬਣਾਈਆਂ ਗਈਆਂ ਨੇ। ਡਾਕਟਰ ਵੀ.ਆਰ. ਅੰਬੇਦਕਰ ਉਹਨਾਂ ਦੀ ਗੱਲ ਕਰ ਲਈਏ, ਭਾਈ ਵੀਰ ਸਿੰਘ ਹੋਣਾਂ ਦੀ ਗੱਲ ਕਰ ਲਈਏ, ਤਸਵੀਰਾਂ ਦੇ ਨਾਲ ਇਸ ਲਾਇਬ੍ਰੇਰੀ ਨੂੰ ਵੀ ਸ਼ਿੰਗਾਰਿਆ ਗਿਆ। ਤਾਂ ਛੋਟੇ-ਛੋਟੇ ਬੱਚੇ ਵੀ ਇਸ ਲਾਇਬ੍ਰੇਰੀ ਦੇ ਵਿੱਚ ਆਉਂਦੇ ਨੇ, ਪਿੰਡ ਦੇ ਲੋਕ ਨੇ ਜਿਹੜੇ ਉਹ ਵੀ ਲਾਇਬ੍ਰੇਰੀ ਦੇ ਵਿੱਚ ਪੜ੍ਹਨ ਦੇ ਲਈ ਆਉਂਦੇ ਨੇ। ਖਾਸ ਤੌਰ 'ਤੇ ਜੇ ਪੰਜਾਬ ਦੀ ਗੱਲ ਕਰ ਲਵਾਂ, ਪੰਜਾਬ ਦੇ ਬਹੁਤੇ ਪਿੰਡ ਜਿਹੜੇ ਨੇ, ਬਹੁਤ ਸਾਰੇ ਪਿੰਡ ਨੇ ਜਿਹੜੇ ਲਾਇਬ੍ਰੇਰੀਆਂ ਤੋਂ ਦੂਰ ਹੋਏ ਨੇ। ਜਿੱਥੇ ਵੀ ਉਪਰਾਲਾ ਹੋਇਆ ਉਸ ਪਿੰਡ ਦੇ ਜਿਹੜੇ ਨਤੀਜੇ ਨੇ ਉਹ ਚੰਗੇ ਆਏ ਨੇ। ਲਾਇਬ੍ਰੇਰੀ ਦੇ ਵਿੱਚ ਕੰਮ ਕਰਦੇ ਨੇ ਮੈਮ ਹੋਣੀ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਰੁਝਾਨ ਆ ਜਿਹੜਾ ਇਸ ਲਾਇਬ੍ਰੇਰੀ ਦੇ ਸੰਬੰਧ ਦੇ ਵਿੱਚ, ਕਿਸ ਸਾਹਿਤ ਨੂੰ ਜਿਹੜਾ ਬੱਚੇ ਤਵੱਜੋ ਦਿੰਦੇ ਨੇ। ਗੱਲਬਾਤ ਨੂੰ ਲੈ ਕੇ ਸਾਡੇ ਨਾਲ ਹੋਣਗੇ। ਮੈਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਜੇ ਲਾਇਬ੍ਰੇਰੀ ਦੀ ਗੱਲ ਕਰ ਲਈਏ, ਕਿਸ ਤਰ੍ਹਾਂ ਲੋਕਾਂ ਦਾ ਜਿਹੜਾ ਰੁਝਾਨ ਹੈਗਾ ਉਹ ਲਾਇਬ੍ਰੇਰੀ ਦੇ ਪ੍ਰਤੀ ਕਿਸ ਤਰ੍ਹਾਂ? ਬਹੁਤ ਵਧੀਆ ਰੁਝਾਨ ਹੈ ਸਰ ਇੱਥੇ। ਜਦੋਂ ਦਾ ਮੈंने ਜੁਆਇਨ ਕੀਤਾ ਗਾ ਤਾਂ ਬੱਚੇ ਇੱਥੇ ਬਹੁਤ ਹੁੰਦੇ ਆ ਕਿ ਜਿਵੇਂ 70-75 ਤੱਕ ਬੱਚੇ ਇੱਥੇ ਐਂਟਰੀ ਹੁੰਦੀ ਹੈਗੀ ਜੀ। ਤੇ ਕਿਹੜੇ ਸਾਹਿਤ ਦੀ ਜੇ ਗੱਲ ਕਰ ਲਾਂ, ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਗਿਆ ਕਿ ਲਾਇਬ੍ਰੇਰੀ ਦੇ ਵਿੱਚ ਕਿਸ ਤਰ੍ਹਾਂ ਦਾ ਸਾਹਿਤ ਜਿਹੜਾ ਰੱਖਿਆ ਗਿਆ? ਸਰ ਸਾਹਿਤ ਜੇ ਸਾਹਿਤ ਨੂੰ ਲੈ ਕੇ ਗੱਲ ਕਰੀਏ ਤਾਂ ਪੰਜਾਬੀ ਸਾਹਿਤ ਜ਼ਿਆਦਾ ਆਪਣੇ ਕੋਲ, ਅਤੇ ਹਿੰਦੀ ਹੋ ਗਿਆ, ਇੰਗਲਿਸ਼ ਹੋ ਗਿਆ, ਮਤਲਬ ਲਿਟਰੇਚਰ ਹੈ ਜਿਹੜਾ ਤਿੰਨੋਂ ਤਰ੍ਹਾਂ ਦਾ ਆਪਣੇ ਕੋਲ ਮਿਲ ਜਾਂਦਾ ਜੀ। ਤਾਂ ਜੇ ਬੱਚਿਆਂ ਦੀ ਗੱਲ ਕਰ ਲਵਾਂ, ਅੱਜ ਕੱਲ੍ਹ ਜਿਸ ਤਰ੍ਹਾਂ ਦਾ ਇੱਕ ਦੌਰ ਹੈ ਕਿ ਮੋਬਾਈਲਾਂ ਦੇ ਨਾਲ ਅਟੈਚਮੈਂਟ ਬੱਚਿਆਂ ਦੀ ਜ਼ਿਆਦਾ ਹੈ, ਤਾਂ ਕਿੰਨੇ ਕੁ ਬੱਚੇ ਨੇ ਜਿਹੜੇ ਕਿਤਾਬਾਂ ਘਰ ਵੀ ਪੜ੍ਹਨ ਦੇ ਲਈ ਲੈ ਜਾਂਦੇ ਨੇ ਜਾਂ ਇੱਥੇ ਆਉਂਦੇ ਨੇ? ਸਰ ਘਰ ਵਾਸਤੇ 20-25 ਸਟੂਡੈਂਟ ਹੈ ਜਿਹੜੇ ਡੇਲੀ ਲੈ ਜਾਂਦੇ ਆ ਘਰ ਵਾਸਤੇ ਬੁੱਕਸ। ਹਾਂਜੀ। ਬੱਚਿਆਂ ਤੋਂ ਇਲਾਵਾ ਪਿੰਡ ਦੇ ਜਿਹੜੇ ਨੌਜਵਾਨ ਨੇ ਜਾਂ ਬਜ਼ੁਰਗ ਨੇ ਉਹ ਵੀ ਇਸ ਲਾਇਬ੍ਰੇਰੀ ਦੇ ਵਿੱਚ ਆਉਂਦੇ ਨੇ? ਹਾਂਜੀ ਸਰ। ਬੱਚੇ ਜਿਵੇਂ ਬੱਚਿਆਂ ਤੋਂ ਇਲਾਵਾ ਜਿਵੇਂ ਨੌਜਵਾਨ ਹੋ ਗਏ, ਬਜ਼ੁਰਗ ਹੋ ਗਏ, ਜਿਵੇਂ ਮਤਲਬ ਨਿਊਜ਼ਪੇਪਰ ਪੜ੍ਹਨ ਆਉਂਦੇ ਆ ਬਜ਼ੁਰਗ, ਅਤੇ ਬਾਕੀ ਨੌਜਵਾਨ ਵੀ ਲੈ ਜਾਂਦੇ ਆ ਬੁੱਕਸ। ਹਾਂਜੀ। ਤਾਂ ਇਹ ਲਾਇਬ੍ਰੇਰੀ ਬਣਾਈ ਗਈ ਆ ਔਰ ਲਾਇਬ੍ਰੇਰੀ ਦੇ ਵਿੱਚ ਇੰਨਾ ਕੁ ਸੋਹਣਾ ਪ੍ਰਬੰਧ ਕੀਤਾ ਗਿਆ ਹੈ ਕਿ ਹਰ ਇੱਕ ਗੱਲ ਦਾ ਧਿਆਨ ਰੱਖਿਆ ਗਿਆ। ਏਸੀ ਦੀ ਸਹੂਲਤ ਦਿੱਤੀ ਗਈ ਹੈ। ਮੈਂ ਪਹਿਲਾਂ ਵੀ ਕਿਹਾ ਸੀ ਕਿ ਲਾਇਬ੍ਰੇਰੀਆਂ ਅੱਜ ਪਿੰਡਾਂ ਦੇ ਲਈ ਖਾਸ ਹੋਣੀਆਂ ਚਾਹੀਦੀਆਂ ਨੇ। ਪਿੰਡਾਂ ਦੇ ਵਿੱਚ ਇੱਕ ਅਹਿਮ ਲੋੜ ਹੈ ਲਾਇਬ੍ਰੇਰੀਆਂ ਦੀ, ਕਿਉਂਕਿ ਇਤਿਹਾਸ ਦੀ ਜਦੋਂ ਗੱਲ ਕਰਦੇ ਹਾਂ, ਹਿਸਟਰੀ ਦੀ ਗੱਲ ਕਰਦੇ ਹਾਂ, ਤਾਂ ਕਈ ਵਾਰੀ ਕੱਚਾ ਜਿਹੜਾ ਖਾੜਾ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਜਾਂਦਾ ਅਤੇ ਬਹੁਤ ਸਾਰੇ ਲੋਕ ਉਸ 'ਤੇ ਹੀ ਪਕੜ ਕਰ ਲੈਂਦੇ ਨੇ ਅਤੇ ਬਹੁਤ ਵਾਰੀ ਬਹਿਸ ਦਾ ਹਿੱਸਾ ਵੀ ਉਹ ਚੀਜ਼ਾਂ ਬਣਦੀਆਂ ਨੇ। ਇਹ ਬਜ਼ੁਰਗ ਬੈਠੇ ਨੇ, ਸੋਫਿਆਂ ਦਾ ਪ੍ਰਬੰਧ ਕੀਤਾ ਗਿਆ, ਬੱਚੇ ਜਿਹੜੇ ਹੈਗੇ ਨੇ ਉਹ ਵੀ ਬੈਠੇ ਹੋਏ ਨੇ। ਤਾਂ ਜਿਹੜੀ ਲਾਇਬ੍ਰੇਰੀ ਦੀ ਗੱਲ ਆ ਉਹ ਵੀ ਬਾਈ ਹੁਣਿਆਂ ਦੇ ਨਾਲ ਕਰਾਂਗੇ। ਬਾਈ, ਜਿਸ ਤਰ੍ਹਾਂ ਲਾਇਬ੍ਰੇਰੀ ਦਾ ਪ੍ਰਬੰਧ ਵੀ ਬੜਾ ਸੋਹਣਾ ਕੀਤਾ ਗਿਆ, ਹਸਪਤਾਲ ਦੇ ਨਾਲ ਇਸ ਤਰ੍ਹਾਂ ਕਿਵੇਂ ਹੋਇਆ ਵੀ ਯਾਰ ਇੱਕ ਲਾਇਬ੍ਰੇਰੀ ਜਿਹੜੀ ਹੈਗੀ ਹਸਪਤਾਲ ਦੇ ਉੱਪਰ ਬਣਾ ਦਿੱਤੀ ਜਾਵੇ? ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜੀ ਇਹ ਗੁਰਬਚਨ ਸਿੰਘ ਸੇਵਾ ਸੰਸਥਾ ਬਣੀ ਹੋਈ ਆ, ਜਿਨ੍ਹਾਂ ਦੇ ਚੇਅਰਮੈਨ ਗੁਰਮੀਤ ਸਿੰਘ ਨੇ, ਉਹਨਾਂ ਦਾ ਪਹਿਲਾ ਜਿਹੜਾ ਮੁੱਖ ਮੰਤਵ ਇਹੀ ਹੈਗਾ ਵੀ ਇੱਥੇ ਜਿਹੜੇ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਆ ਜਾਂ ਸਾਡੇ ਪਿੰਡ ਦੇ ਬਜ਼ੁਰਗ ਆ, ਵੀ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਵੀ ਸਾਹਿਤ, ਸਿੱਖਿਆ ਅਤੇ ਸਿਹਤ, ਇਹ ਦੋ ਜਿਹੜੀਆਂ ਗੱਲਾਂ ਨੂੰ ਜਿਹੜੇ ਮੁੱਖ ਰੱਖ ਕੇ ਚੱਲਦੀ ਆ ਸਾਡੀ ਸੰਸਥਾ ਜਿਹੜੀ ਪਿੰਡ ਵੱਲੋਂ ਬਣਾਈ ਗਈ ਆ। ਵੀ ਜਿਹੜਾ ਸਿੱਖਿਆ ਸਿਹਤ ਪੱਖੋਂ ਤਾਂ ਤੁਸੀਂ ਦੇਖ ਚੁੱਕੇ ਹੋ ਵੀ ਹਸਪੀਟਲ ਬਣ ਚੁੱਕਿਆ, ਅਤੇ ਸਿੱਖਿਆ ਦੇ ਪੱਖੋਂ ਜਾਂ ਸਾਹਿਤ ਦੇ ਨਾਲ ਨੌਜਵਾਨਾਂ ਨੂੰ, ਬੱਚਿਆਂ ਨੂੰ ਜੋੜਨ ਦੇ ਲਈ ਇਹ ਲਾਇਬ੍ਰੇਰੀ ਦਾ ਜਿਹੜਾ ਆਇਆ ਉਹਨਾਂ ਦੇ ਮਨ ਦੇ ਵਿੱਚ, ਤਾਂ ਕਰਕੇ ਲਾਇਬ੍ਰੇਰੀ ਬਣਾਈ। ਤਾਂ ਬਈ ਖਾਸ ਤੌਰ 'ਤੇ ਕਿਹਾ ਜਾਂਦਾ, ਕਹਿੰਦੇ ਜਿਹੜੀ ਕੌਮ ਨੂੰ ਖਤਮ ਕਰਨਾ ਹੋਵੇ, ਜਿਹੜੇ ਖਿੱਤੇ ਨੂੰ ਖਤਮ ਕਰਨਾ ਹੋਵੇ, ਉਸ ਕੌਮ ਦੀ ਜ਼ੁਬਾਨ ਖੋਲ੍ਹ ਲਈ ਜਾਵੇ, ਉਹਨਾਂ ਦਾ ਇਤਿਹਾਸ ਖੋਲ੍ਹ ਲਿਆ ਜਾਵੇ, ਉਹਨਾਂ ਦਾ ਇਤਿਹਾਸ ਜਿਹੜਾ ਹੈਗਾ ਉਹ ਵਿਗਾੜ ਦਿੱਤਾ ਜਾਵੇ, ਅਤੇ ਉਹ ਕੌਮ ਜਿਹੜੀ ਹੁੰਦੀ ਆ ਉਹ ਫਿਰ ਆਪਣੇ ਆਪ ਗੁਲਾਮ ਹੋ ਜਾਂਦੀ ਹੈ। ਇਹਨਾਂ ਗੱਲਾਂ ਦਾ ਧਿਆਨ ਰੱਖਿਆ ਗਿਆ ਕਿ ਕਿਸ ਤਰ੍ਹਾਂ ਦਾ ਸਾਹਿਤ ਜਿਹੜਾ ਨੌਜਵਾਨਾਂ ਨੂੰ ਪਰੋਸਿਆ ਜਾਏ। ਹਾਂਜੀ, ਸਾਡੇ ਜਿਹੜਾ ਇੱਥੇ ਲਾਇਬ੍ਰੇਰੀ ਦੇ ਵਿੱਚ ਜਿਹੜਾ ਸਾਹਿਤ ਹੈ ਉਹ ਜਿਵੇਂ ਆਪਣੇ ਇਤਿਹਾਸ ਹੈ, ਜਿਤਨਾ ਵੀ ਜਿਵੇਂ ਗਦਰੀ ਬਾਬਿਆਂ ਦਾ ਇਤਿਹਾਸ ਹੋ ਗਿਆ ਜਾਂ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਇਹਨਾਂ ਦਾ ਇਤਿਹਾਸ ਜਿਹੜਾ ਇੱਥੇ ਰੱਖਿਆ ਗਿਆ। ਵੀ ਹਰ ਇੱਕ ਜਿਹੜੀ ਇੱਕ ਲਾਇਬ੍ਰੇਰੀ ਦੀ ਲੋੜ ਹੁੰਦੀ ਹੈ। ਵੈਸੇ ਹਾਲੇ ਤਾਂ ਇਹ ਅਸੀਂ ਛੋਟੇ ਰੂਪ ਦੇ ਵਿੱਚ ਸਾਡੇ ਕੋਲ 1300 ਦੇ ਕਰੀਬ ਕਿਤਾਬ ਦੀ ਕਲੈਕਸ਼ਨ, ਵੀ ਅਸੀਂ ਸ਼੍ਰੋਮਣੀ ਕਮੇਟੀ ਨੂੰ ਵੀ ਚਿੱਠੀ ਲਿਖੀ ਹੋਈ ਆ, ਉਹ ਮਨਜ਼ੂਰ ਹੋ ਚੁੱਕੀ ਹੈ ਕਿਤਾਬਾਂ ਲੈ ਕੇ ਆਉਣੀਆਂ। ਵੀ ਇਸ ਲਾਇਬ੍ਰੇਰੀ ਨੂੰ ਅਸੀਂ ਹੋਰ ਵੀ ਵੱਡਾ ਕਰਾਂਗੇ ਵੀ ਆਉਣ ਵਾਲੇ ਟਾਈਮ। ਬੱਚਿਆਂ ਦੇ ਨਾਲ ਰੋਜ਼ਾਨਾ ਵਾਹ ਪੈਂਦਾ, ਉਹ ਕਿਸ ਤਰ੍ਹਾਂ ਦਾ ਬੱਚਿਆਂ ਦਾ? ਕਿਉਂਕਿ ਜਦੋਂ ਬੱਚੇ ਪੜ੍ਹਦੇ ਆ, ਕਿਤਾਬਾਂ ਨੂੰ ਪੜ੍ਹਦੇ ਆ, ਕਿਤੇ ਨਾ ਕਿਤੇ ਉਹਨਾਂ ਦਾ ਲੈਵਲ ਵੀ ਉੱਚਾ ਹੁੰਦਾ। ਖਾਸ ਤੌਰ 'ਤੇ ਬੱਚਿਆਂ ਨੂੰ ਕਹਿੰਦੇ ਮੋਬਾਈਲ ਦੇ ਨਾਲੋਂ ਤੋੜਨ ਦਾ ਇੱਕ ਜ਼ਰੀਆ ਵੀ ਜਿਹੜੀਆਂ ਹੈਗੀਆਂ ਲਾਇਬ੍ਰੇਰੀਆਂ ਬਣ ਸਕਦੀਆਂ, ਪਰ ਉੱਦਮ ਬੜੇ ਘੱਟ ਆ। ਤੁਹਾਡਾ ਵੱਡਾ ਉੱਦਮ ਹੈ। ਇੱਥੇ ਰੋਜ਼ਾਨਾ 35 ਤੋਂ ਲੈ ਕੇ 70 ਤੱਕ ਹੈ, ਜਿਹੜੇ 35 ਦੇ ਕਰੀਬ ਜਿਹੜੇ ਬੱਚੇ ਰੋਜ਼ਾਨਾ ਆ ਜਾਂਦੇ ਆ। ਨੌਜਵਾਨ ਵੀ ਆਉਂਦੇ ਆ, ਬਜ਼ੁਰਗਾਂ ਦੇ ਖਾਤਰ ਅਖਬਾਰ ਲਗਾਏ ਗਏ ਆ ਵੀ ਇੱਥੇ ਆ ਕੇ ਜਿਹੜੇ ਬੱਚੇ ਆ, ਜਿਸ ਤਰ੍ਹਾਂ ਦਾ ਵੀ ਉਹਨਾਂ ਨੂੰ ਲਿਟਰੇਚਰ ਚਾਹੀਦਾ, ਇੰਗਲਿਸ਼, ਹਿੰਦੀ ਜਾਂ ਪੰਜਾਬੀ, ਉਹ ਇੱਥੇ ਜਿਹੜਾ ਸਾਰਾ ਪ੍ਰੋਵਾਈਡ ਕਰਾਇਆ ਜਾਂਦਾ ਉਹਨਾਂ ਨੂੰ। ਤਾਂ ਇਹ ਲਾਇਬ੍ਰੇਰੀ ਦੀਆਂ ਤਸਵੀਰਾਂ ਇੱਕ ਵਾਰੀ ਫਿਰ ਵਿਖਾ ਦਿੰਦੇ ਹਾਂ। ਭਾਈ ਗੁਰਦਾਸ ਹੋਣਿਆਂ ਦੀ ਤਸਵੀਰ ਆ, ਭਾਈ ਵੀਰ ਸਿੰਘ ਦੀ ਤਸਵੀਰ ਹੈ, ਅੰਮ੍ਰਿਤਾ ਪ੍ਰੀਤਮ ਹੋਣਿਆਂ ਦੀ ਤਸਵੀਰ ਆ। ਸਾਹਿਤ ਦੇ ਖੇਤਰ ਦੇ ਵਿੱਚ ਉਹ ਨਾਮੀ ਹਸਤੀਆਂ ਜਿਹੜੀਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਸਮੇਂ-ਸਮੇਂ 'ਤੇ ਯਾਦ ਕੀਤਾ ਜਾਂਦਾ। ਡਾਕਟਰ APJ ਅਬਦੁਲ ਕਲਾਮ ਦੀ ਗੱਲ ਕਰ ਲਈਏ, ਇੱਕ ਇਸ ਦੇਸ਼ ਦੇ ਉਹ ਮਹਾਨ ਲੋਕ ਹੋਏ ਨੇ ਜਿਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਲਾਇਬ੍ਰੇਰੀ ਦੇ ਵਿੱਚ ਖੜ੍ਹੇ ਹੋਏ ਆ, ਤਸਵੀਰਾਂ ਹਸਪਤਾਲ ਦੀਆਂ ਵੀ ਵਿਖਾਈਆਂ ਨੇ ਤੁਹਾਨੂੰ, ਲਾਇਬ੍ਰੇਰੀ ਦੀਆਂ ਤਸਵੀਰਾਂ ਵੀ ਜਿਹੜੀਆਂ ਵਿਖਾ ਰਹੇ ਹਾਂ। ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਨੇ ਲੋਕਾਂ ਦੇ ਨਾਲ, ਬਾਈ ਹੁਣੇ ਸਾਡੇ ਨਾਲ ਨੇ, ਸਾਬਕਾ ਸਰਪੰਚ ਨੇ, ਇਹਨਾਂ ਦੇ ਨਾਲ ਕਰ ਰਹੇ ਨੇ। ਇੱਕ ਬੱਚੀ ਦੀ ਜਿਹੜੀ ਗੱਲ ਕਰੇ, ਜੇ ਇਸ ਸੇਵਾ ਸੰਮਤੀ ਦੀ ਗੱਲ ਕਰ ਲਵਾਂ, ਹੋਰ ਕਿਹੜੇ-ਕਿਹੜੇ ਵੱਡੇ ਉਦਮ ਨੇ ਜਿਹੜੇ ਸੇਵਾ ਸੰਮਤੀ ਦੇ ਵੱਲੋਂ ਕੀਤੇ ਜਾ ਰਹੇ ਨੇ?
ਬਾਈ ਜੀ ਜਿਹੜੀ ਆਪਣੀ ਸੰਸਥਾ ਬਣੀ ਹੈ, ਜਿਹੜੇ ਮੇਨ ਹੈਗੇ ਚੇਅਰਮੈਨ ਸਾਹਿਬ ਗੁਰਮੀਤ ਸਿੰਘ, ਉਹਨਾਂ ਦਾ ਮੇਨ ਮਕਸਦ ਹੈਗਾ ਪੜ੍ਹਾਈ ਤੱਕ। ਇਹ ਤਾਂ ਚਲੋ ਆਪਾਂ ਪੈਸੇ ਲਾਤੇ, ਹੈਲਥ ਦੀ ਵੀ ਜ਼ਰੂਰਤ ਹੈ ਨਾ, ਜ਼ਿਆਦਾ ਹੈਗਾ ਉਹਨਾਂ ਦਾ ਪੜ੍ਹਾਈ ਤੱਕ। ਜਿੱਦਾਂ ਆਪਣੀ ਨਾ ਇੱਕ ਬੇਟੀ ਹੈ ਜੀ ਇੱਥੋਂ, ਉਹ UPSC ਦੀ ਤਿਆਰੀ ਵਾਸਤੇ, ਗਰੀਬ ਘਰ ਦੀ ਕੁੜੀ ਹੈ ਜਮਾਂ, ਰਮਦਾਸੀਆਂ ਸਿੱਖਾਂ ਦੀ, UPSC ਦੀ ਤਿਆਰੀ ਵਾਸਤੇ ਨਾ ਉਹ ਦਿੱਲੀ ਭੇਜੀ ਹੈ ਜੀ। ਬਹੁਤ ਵਧੀਆ ਇੰਸਟੀਚਿਊਟ ਹੈ ਜਿਹੜਾ ਜੀ, ਉਹਦੇ 'ਤੇ 3 ਤੋਂ 4 ਲੱਖ ਰੁਪਈਆ ਆਉਣਾ। ਉਹਦਾ 1 ਸਾਲ ਦਾ ਕੋਚਿੰਗ ਦਾ ਖਰਚਾ ਜੀ, ਜਿੱਦਾਂ ਉਹਦਾ ਰਹਿਣ ਦਾ ਖਰਚਾ, PG ਦਾ ਖਰਚਾ। ਹਾਲਾਂਕਿ ਉਹਦੇ ਵੀ ਜੇ ਡੈਡੀ ਉੱਥੇ ਰਹੂ ਉਹਦੀ ਵੀ ਦਿਹਾੜੀ ਦੇਣੀ ਆ, ਉਹ ਵੀ ਸੰਸਥਾ ਵੱਲੋਂ ਕੀਤਾ। ਜਾਂ ਕਿ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਵੀ ਉਹ ਸਾਡੀ ਬੇਟੀ ਅਫਸਰ ਬਣ ਕੇ ਆਵੇ, ਉਹਨੂੰ ਦੇਖ ਕੇ ਹੋਰ ਕਿੰਨੇ ਬੱਚੇ ਬਣਨਗੇ, ਹੈ ਨਾ ਜੀ। ਇਸ ਕਰਕੇ ਇਹੋ ਜਿਹੇ ਕੰਮ ਵੀ ਕਰਦੀ ਹੈ ਇਹ ਜੀ। ਜੇ ਅਸੀਂ ਇਹ ਬੇਨਤੀ ਵੀ ਕਰਦੇ, ਜਿਵੇਂ ਨਾਲ ਦੇ ਪਿੰਡ ਹੈ ਜੀ, ਉਹਨਾਂ ਨੇ ਇਹ ਵੀ ਆਖਿਆ ਪਰ ਯੋਗ ਬੱਚਾ ਹੋਵੇ, ਗਰੀਬ ਹੋਵੇ, ਵਧੀਆ ਪੜ੍ਹਨ ਵਾਲਾ ਹੋਵੇ। ਜੇ ਕੋਈ ਹੋਰ ਨਾਲ ਦਾ ਪਿੰਡ ਕਹੂ ਜਾਂ ਪਿੰਡ 'ਚੋਂ ਹੋਰ ਵੀ ਆ ਕੇ 4 ਬੰਦੇ ਕਹਿਣਗੇ ਵੀ ਆਹ ਬੱਚਾ ਭੇਜਣ ਵਾਲਾ, ਉਹਦੀ ਫੀਸ ਭਰਨ ਨੂੰ ਵੀ ਤਿਆਰ ਹੈ ਜੀ। ਬਈ ਇੱਕ ਦਿਨ ਨਾ ਪਿਛਲੇ ਦਿਨਾਂ ਦੇ ਵਿੱਚ ਇੱਕ ਚੌਕੇ ਪਿੰਡ ਦੀ ਘਟਨਾ ਵਾਪਰਦੀ। ਇੱਕ ਮਜ਼ਦੂਰਾਂ ਦਾ ਨੌਜਵਾਨ ਸੀ, ਉਹਨੂੰ ਅੱਗ ਲੱਗਦੀ ਆ ਤੇ ਅੱਗ ਲੱਗਣ ਦੇ ਕਾਰਨ ਉਹ ਝੁਲਸਿਆ ਹੋਇਆ ਬੈੱਡ 'ਤੇ ਪਿਆ ਰਹਿੰਦਾ ਤੇ ਉਹਦੀ ਮੌਤ ਹੋ ਜਾਂਦੀ ਹੈ। ਲੱਗਦਾ ਕਿ ਇਸ ਤਰ੍ਹਾਂ ਦੇ ਹਸਪਤਾਲ, ਇਸ ਤਰ੍ਹਾਂ ਦੇ ਵੱਡੇ ਉਪਰਾਲੇ ਜੇ ਲੋਕ ਕਰਦੇ ਹਨ ਤਾਂ ਉਹਨਾਂ ਲੋਕਾਂ ਦੀਆਂ ਜਾਨਾਂ ਬਚ ਸਕਣ ਜਿਹੜੇ ਇਸ ਤਰ੍ਹਾਂ ਜਾਨਾਂ ਜਾ ਰਹੀਆਂ। ਹਾਂਜੀ ਇਹ ਤਾਂ ਹੈ ਜੀ। ਜੇ ਹੁਣ ਸਾਡੇ ਪਿੰਡਾਂ 'ਚ ਐਡੇ ਐਡੇ ਹੌਸਪੀਟਲ ਹੋਣਗੇ, ਗਰੀਬ ਆਊਗਾ ਜੀ, ਆ ਕੇ ਆਪਦਾ ਇਲਾਜ ਕਰਾਊਗਾ ਪਿੰਡ ਤੋਂ, ਹੈ ਨਾ ਜੀ। ਉਹਨੂੰ ਬਾਹਰ ਜਾਣਾ ਬਹੁਤ ਔਖਾ ਲੱਗਦਾ ਹੈ। ਜਿਵੇਂ ਉਹ ਵਿਚਾਰੇ ਦੀ ਅੱਗ ਲੱਗ ਕਾਰਨ 3 ਮਹੀਨੇ ਉਹ ਘਰੇ ਪਿਆ ਰਿਹਾ, ਮੌਤ ਵਗ ਗਈ। ਜੇ ਇੱਦਾਂ ਦੇ ਹੌਸਪੀਟਲ ਪਿੰਡਾਂ 'ਚ ਹੋਣ ਜੀ, ਗਰੀਬ ਇਲਾਜ ਸੌਖਾ ਕਰਾ ਸਕਦਾ ਜੀ। ਕਿ ਕੋਈ ਵੀ ਸ਼ਬਦ ਨਹੀਂ ਹੈਗਾ ਸਿਫਤ ਕਰਨ ਦੇ ਲਈ। ਹਸਪਤਾਲ ਦੇ ਵਿੱਚ ਜਿਸ ਤਰ੍ਹਾਂ ਦੀਆਂ ਹਸਪਤਾਲ ਦੇ ਵਿੱਚ ਲੋੜੀ ਦੀਆਂ ਸਹੂਲਤਾਂ ਹੁੰਦੀਆਂ, ਸਾਰੇ ਜਿਹੜੇ ਪ੍ਰਬੰਧ ਨੇ ਉਹ ਪਿੰਡ ਵਾਸੀਆਂ ਨੇ ਕਰ ਲਏ ਗਏ ਨੇ। ਖਰਚੇ ਦੀ ਵੀ ਗੱਲ ਕਰਾਂਗੇ ਤੇ ਹੋਰ ਜਿਹੜੇ ਲੋਕ ਨੇ ਜਿਨ੍ਹਾਂ ਦਾ ਵੱਡਾ ਸਹਿਯੋਗ ਆ, ਸਾਰੀਆਂ ਗੱਲਾਂ ਬਾਤਾਂ ਕਰਨ ਦੇ ਲਈ ਸਾਡੇ ਨਾਲ ਪਿੰਡ ਦੇ ਨੌਜਵਾਨ ਨੇ, ਬਹੁਤ ਸਾਰੇ ਲੋਕ ਨੇ ਜਿਹੜੇ ਸਾਡੇ ਨਾਲ ਖੜੇ ਹੋਏ ਨੇ। ਬਾਈ ਜੀ ਜੇ ਹਸਪਤਾਲ ਦੀ ਗੱਲ ਕਰ ਲਈਏ, ਕਿੰਨੀ ਕੁ ਜਿਹੜੀ ਲਾਗਤ ਹੈਗੀ ਆ ਹੁਣ ਤੱਕ ਲੱਗ ਚੁੱਕੀ ਹੈ? ਇਹਦੇ ਤੇ 65-70 ਲੱਖ ਰੁਪਇਆ ਕਹਿੰਦੇ ਆ ਜੀ। ਹਾਂਜੀ, ਜਿਹਦੇ ਵਿੱਚੋਂ ਜ਼ਿਆਦਾ ਪੈਸਾ ਜਿਹੜਾ ਉਹ ਸਵਰਗਵਾਸੀ ਸਾਬਕਾ ਸਰਪੰਚ ਗੁਰਬਚਨ ਸਿੰਘ ਸੇਵਾ ਸੰਸਥਾ ਉਹਨਾਂ ਵੱਲੋਂ ਡੋਨੇਟ ਕੀਤਾ ਗਿਆ ਜੀ। 10 ਕੁ ਲੱਖ ਰੁਪਇਆ ਸਰਕਾਰ ਵੱਲੋਂ ਮਨਜ਼ੂਰ ਹੋਇਆ ਸੀ। ਹਾਂਜੀ, ਯਾਨੀ ਕਿ ਜੇ ਮੈਂ ਗੱਲ ਕਰ ਲਵਾਂ 80 ਕੁ ਲੱਖ ਰੁਪਏ ਦੀ ਲਾਗਤ ਹੁੰਦੀ ਹੈ, 10 ਕੁ ਲੱਖ ਰੁਪਏ ਸਰਕਾਰ ਪਾਉਂਦੀ ਹੈ ਤੇ 70 ਲੱਖ ਰੁਪਏ ਪਿੰਡ ਦੇ ਲੋਕ ਲਾਉਂਦੇ ਨੇ। ਹਾਂਜੀ 70 ਲੱਖ ਰੁਪਇਆ ਸੰਸਥਾ ਵੱਲੋਂ ਲੱਗਾ ਜੀ ਇੱਥੇ। ਹਾਂਜੀ, ਜਿਹਦੇ ਚੇਅਰਮੈਨ ਨੇ ਸਰਦਾਰ ਗੁਰਮੀਤ ਸਿੰਘ ਜੀ। ਬਾਈ ਸੰਸਥਾ ਦੀ ਜੇ ਗੱਲ ਕਰ ਲਵਾਂ, ਕਿੰਨੇ ਕੁ ਸਮੇਂ ਤੋਂ ਜਿਹੜੀ ਸੰਸਥਾ ਹੈਗੀ ਆ ਕੰਮ ਕਰ ਰਹੀ ਹੈ? ਸੰਸਥਾ ਮੰਨ ਕੇ ਚਲੋ ਜੀ 2007 ਤੋਂ ਅਸੀਂ ਲੜਕੀਆਂ ਦੇ ਵਿਆਹ ਕਰਦੇ ਹੁੰਦੇ ਸੀਗੇ ਜੀ। ਸਾਡੇ ਨਾਲ ਕਰਨੈਲ ਸਿੰਘ ਵੀ ਹੁੰਦੇ ਸੀ ਉਦੋਂ ਜੀ, ਮਨਜਿੰਦਰ ਸਿੰਘ ਵੀ ਹੁੰਦੇ ਸੀਗੇ ਜੀ। ਉਦੋਂ ਗੁਰਮੀਤ ਸਿੰਘ ਸਾਡੀ ਹੈਲਪ ਕਰਦੇ ਹੁੰਦੇ ਜੀ ਵਿਆਹਾਂ ਦੇ ਵਿੱਚ। ਦਵਿੰਦਰ ਸਿੰਘ ਜਿਹੜੇ ਫਰਾਂਸ ਵਾਲੇ ਉਹ ਵੀ ਹੈਲਪ ਕਰਦੇ ਹੁੰਦੇ। ਹੌਲੀ ਹੌਲੀ ਉਹਨਾਂ ਨੇ ਮੰਨ ਕੇ ਚਲੋ ਉਹ ਅੱਪ ਹੁੰਦੇ ਗਏ ਬਿਜ਼ਨਸ ਦੇ ਵਿੱਚ। ਉਹਨਾਂ ਨੇ ਫਿਰ ਇਹ ਸੰਸਥਾ ਹੋਂਦ ਵਿੱਚ ਲਿਆਂਦੀ, ਜਿਹਦੇ ਸਾਡੇ ਵਿੱਚ ਕਈ ਮੈਂਬਰ ਨੇ ਜੀ ਇੱਥੇ। ਹਾਂਜੀ 7 ਤੋਂ ਜਾਣੇ ਕਿ ਕੰਮ ਸ਼ੁਰੂ ਹੋ ਗਏ ਸੀ। ਪਹਿਲਾਂ ਵਿਆਹਾਂ ਦੀਆਂ ਲੜਕੀਆਂ ਤੋਂ ਸ਼ੁਰੂ ਕੀਤੇ ਸੀ, ਉਦੋਂ ਕਰਨੈਲ ਸਿੰਘ ਸਾਡੇ ਨਾਲ ਹੁੰਦੇ ਸੀਗੇ ਜੀ। ਤਾਂ ਹੋਰ ਵੀ ਬਹੁਤ ਸਾਰੇ ਲੋਕ ਹੋਣਗੇ ਪਿੰਡ ਦੇ ਜਿਹੜੇ ਲਗਾਤਾਰ ਤੁਹਾਡਾ ਸਹਿਯੋਗ ਇਸ ਕੰਮ ਦੇ ਲਈ ਕਰ ਰਹੇ। ਹਾਂਜੀ, ਉਹਨਾਂ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਜੀ, ਜਿਨ੍ਹਾਂ ਦੇ ਨਾਂ 'ਤੇ ਸੰਸਥਾ ਬਣੀ ਹੈ ਜੀ। ਸਵਰਗਵਾਸੀ ਸਾਡੇ ਪਿੰਡ ਦੇ ਬਹੁਤ ਹੀ ਵਧੀਆ ਪੜ੍ਹੇ ਲਿਖੇ ਗੁਰਸਿੱਖ ਸਰਪੰਚ ਜੀ, ਇਮਾਨਦਾਰ ਗੁਰਬਚਨ ਸਿੰਘ ਜੀ। ਉਹਨਾਂ ਦੇ ਸੁਪੁੱਤਰ ਨੇ ਸਰਦਾਰ ਦਵਿੰਦਰ ਸਿੰਘ ਜੀ, ਜਿਨ੍ਹਾਂ ਨੇ ਸਰਕਾਰੀ ਸਕੂਲ ਦੇ ਵਿੱਚ ਡੈਸਕ ਦਿੱਤੇ, ਪਹਿਲਾਂ ਵਾਟਰ ਕੂਲਰ ਦਿੱਤਾ ਜੀ, ਪੱਖੇ ਦਿੱਤੇ ਬਾਬਾ ਬੂਲਾ ਜੀ ਦੇ ਸਥਾਨ 'ਤੇ, ਆਹ ਟੈਂਕੀ ਦਿੱਤੀ ਜੀ। ਹੁਣ ਗੇਟ ਕਿਹਾ ਜੀ ਸਰਕਾਰੀ ਸਕੂਲ ਦੇ ਵਿੱਚ ਲਵਾਉਣ ਨੂੰ, ਤੇ ਹੋਰ ਵੀ ਕਹਿੰਦੇ ਨੇ, ਉਹ ਵੀ ਮਦਦ ਕਰਦੇ ਨੇ। ਫਿਰ ਇੱਕ ਸਾਡੇ ਪਿੰਡ ਦੇ ਇਕਬਾਲ ਸਿੰਘ ਨੇ ਜੀ, ਉਹ ਵੀ ਬਹੁਤ ਸਮੇਂ ਤੋਂ ਕੈਨੇਡਾ ਰਹਿ ਰਹੇ ਨੇ। ਉਹ ਵੀ ਧਾਰਮਿਕ ਸਥਾਨਾਂ ਨੂੰ ਜੀ, ਸਾਡੇ ਪਿੰਡ 'ਚ ਵੱਖ-ਵੱਖ ਐਸੀ ਭਾਈਚਾਰੇ ਧਾਰਮਿਕ ਸਲਾਵਾਂ ਨੇ ਜਾਂ ਹੋਰ ਥਾਵਾਂ ਉੱਤੇ ਪੈਸਾ ਦਿੰਦੇ ਨੇ ਜੀ। ਇੱਕ ਹਰਦੇਵ ਸਿੰਘ ਢਿੱਲੋਂ ਨੇ ਜੋ ਵੀ, ਉਹ ਵੀ ਬਹੁਤ ਸਮੇਂ ਤੋਂ ਇੰਗਲੈਂਡ ਰਹਿ ਰਹੇ ਨੇ ਜੀ। ਉਹ ਵੀ ਸਕੂਲਾਂ ਨੂੰ, ਧਾਰਮਿਕ ਸਥਾਨਾਂ ਨੂੰ, ਜਾਂ ਪਿੰਡ ਦੇ ਹੋਰ ਕੋਈ ਬਿਮਾਰ ਠਮਾਰ ਹੋ ਜਾਵੇ ਗਰੀਬ ਗੁਰਬਾ ਜੀ, ਉੱਥੇ ਪੈਸਾ ਦਿੰਦੇ ਨੇ ਜੀ। ਇੱਕ ਇਸ ਪਿੰਡ ਦੇ 2 ਕਰਨਲ ਰਹੇ ਨੇ ਜੀ, ਕਰਨਲ ਦਾਨ ਸਿੰਘ ਤੇ ਕਰਨਲ ਕਪੂਰ ਸਿੰਘ, 2 ਭਰਾ ਜੀ। ਉਹਨਾਂ ਦਾ ਪਰਿਵਾਰ ਵੀ ਇੱਥੇ ਸਕੂਲ ਵਿੱਚ ਜਿਵੇਂ ਪੈਸਾ ਦਾਨ ਕਰਕੇ ਜਾਂਦਾ ਰਿਹਾ ਜੀ। ਬਹੁਤ ਜ਼ਿਆਦਾ ਨੇ, ਜਿਵੇਂ ਫੌਜ 'ਚ ਨੇ ਮੁੰਡੇ ਸਾਡੇ ਪਿੰਡ ਦੇ, ਉਹ ਵੀ ਪੈਸਾ ਦਿੰਦੇ ਨੇ ਜੀ। ਤਾਂ ਬਾਈ ਹੁਣੀ ਸਾਡੇ ਨਾਲ ਨੇ। ਬਾਈ ਜੇ ਗੱਲ ਕਰ ਲਈਏ ਹੁਣ, ਬਿਲਡਿੰਗ ਆ ਜਿਹੜੀ ਤੁਹਾਡੇ ਪਿੰਡ ਦੇ ਲੋਕਾਂ ਨੇ NRI ਭਰਾਵਾਂ ਦੇ ਸਹਿਯੋਗ ਦੇ ਨਾਲ ਬਿਲਡਿੰਗ ਐਡੀ ਕੁ ਵੱਡੀ ਖੜੀ ਕਰ ਦਿੱਤੀ ਹੈ ਵੀ ਕਿਤੇ ਨਾ ਕਿਤੇ ਸਰਕਾਰਾਂ ਵੀ ਐਡੀ ਵੱਡੀ ਬਿਲਡਿੰਗ ਕਰਨ ਤੋਂ ਬੇਵੱਸ ਨਜ਼ਰ ਆਉਂਦੀਆਂ ਹੁੰਦੀਆਂ। ਤਾਂ ਹੁਣ ਕਿਹੜੀਆਂ-ਕਿਹੜੀਆਂ ਉਹ ਗੱਲਾਂ ਨੇ ਜਿਨ੍ਹਾਂ ਦੀ ਪਿੰਡ ਵੀ ਮੰਗ ਕਰਦਾ ਤੇ ਜਿਹੜੀਆਂ ਜਲਦੀ ਤੋਂ ਜਲਦੀ ਹੋਣੀਆਂ ਚਾਹੀਦੀਆਂ? ਸਾਡੀਆਂ ਮੰਗਾਂ ਤਾਂ 2 ਹੀ ਹੈ ਜਿਹਨੂੰ ਲੈ ਕੇ ਸਰਕਾਰ ਬਣੀ ਆ, ਜਿਹਦਾ ਹੈਲਥ ਤੇ ਪੜ੍ਹਾਈ। ਹੁਣ ਸਾਡੀ ਸੰਸਥਾ ਨੇ ਮਤਲਬ ਪਿੰਡ ਦੇ ਲੋਕਾਂ ਨੇ ਸਾਰੇ ਜਿਹੜੇ ਬਾਹਰ ਰਹਿੰਦੇ ਸਾਰਿਆਂ ਨੇ ਸਾਡਾ ਹੌਸਪੀਟਲ ਖੜਾ ਕਰਤਾ ਜੀ, ਤਿਆਰ ਕਰਤਾ, ਜਿਹੜਾ ਸਰਕਾਰ ਦਾ ਕੰਮ ਸੀ। ਹੁਣ ਇਹਦੇ ਡਾਕਟਰ ਭੇਜਣੇ ਤੇ ਦਵਾਈਆਂ ਭੇਜਣੀਆਂ ਸਰਕਾਰ ਦਾ ਕੰਮ ਆ। ਦੂਜੇ ਨੰਬਰ ਤੇ ਸਾਡਾ ਸਕੂਲ ਹੈ ਜੀ, ਹਾਈ ਸਕੂਲ ਆ। ਉਹਨੂੰ ਅਸੀਂ ਕਾਫੀ ਸਮੇਂ ਤੋਂ ਕਹਿੰਦੇ ਆਂ ਵੀ ਸੈਕੰਡਰੀ ਸਕੂਲ ਕਰ ਦਿਓ। ਸਾਡੀਆਂ ਜਿਹੜੀਆਂ ਬੱਚੀਆਂ ਕਾਫੀ ਦੂਰ ਪੈਂਦਾ, ਸਾਨੂੰ ਦੂਰ ਜਾਣਾ ਪੈਂਦਾ, ਔਖਾ ਲੱਗਦਾ, ਤੇ ਉਹਨੂੰ ਸੀਨੀਅਰ ਸੈਕੰਡਰੀ ਸਕੂਲ ਕਰ ਦੇਣ ਜੀ। ਸਾਡੇ ਜਿਹੜੇ ਸਰਕਾਰ 2 ਕੰਮ ਕਹਿ ਕੇ ਆਈ ਹੈ, ਸਾਡੇ ਦੋਨੇ ਕੰਮ ਹੋ ਜਾਣ ਤਾਂ ਬਹੁਤ ਚੰਗਾ ਹੋਊਗਾ ਜੀ।
ਤਾਂ ਬਾਈ ਹੁਣੀ ਹੋਰ ਵੀ ਸਾਡੇ ਨਾਲ ਨੇ। ਬਾਈ, ਜਿਸ ਤਰ੍ਹਾਂ NRI ਭਰਾਵਾਂ ਦੇ ਸਹਿਯੋਗ ਦੇ ਨਾਲ ਤੁਹਾਡੇ ਪਿੰਡ ਦਾ ਵੀ ਨਾਮ ਰੌਸ਼ਨ ਹੋਇਆ, ਤਾਂ ਪਿੰਡ ਦੇ ਇੰਨਾ ਕੁ ਨਾਮ ਰੌਸ਼ਨ ਹੋਇਆ, ਕਹਿੰਦੇ ਜਿੱਥੇ ਸਰਕਾਰ ਵੀ ਕੰਮ ਨਹੀਂ ਕਰ ਸਕਦੀ ਹੁੰਦੀ ਉੱਥੇ ਬੱਲੋ ਪਿੰਡ ਦੇ ਲੋਕਾਂ ਨੇ ਖੁਦ ਕੰਮ ਕਰ ਲਿਆ। ਤਾਂ ਹੁਣ ਕੀ ਕਹੋਗੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਸਹਿਯੋਗ ਕੀਤਾ, ਉਹਨਾਂ ਲੋਕਾਂ ਬਾਰੇ ਕੀ ਕਹੋਗੇ? ਅਸੀਂ ਤਾਂ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ, ਜਿਨ੍ਹਾਂ ਨੇ ਆਪਣੇ ਇੰਨਾ ਉੱਪਰ ਉੱਠ ਕੇ ਵੀ ਆਪਣੇ ਉਸ ਮਿੱਟੀ ਨਾਲ ਜੁੜੇ ਪਿਆ। ਧੰਨਵਾਦ ਕਰਦੇ ਹਾਂ ਤਹਿ ਦਿਲੋਂ ਉਹਨਾਂ। ਸਰਕਾਰ ਨੂੰ ਅਸੀਂ ਇੰਨੀ ਕੁ ਬੇਨਤੀ ਕਰਦੇ ਹਾਂ ਕਿ ਜਿਵੇਂ ਸਾਡੇ NRI ਵੀਰਾਂ ਨੇ, ਆਰਮੀ ਵਾਲੇ ਵੀਰ ਆ ਜਾਂ ਸਾਡੇ ਪਿੰਡ ਦੇ ਨੌਜਵਾਨ ਆ, ਜਿੰਨੇ ਵੀ ਉਹਨਾਂ ਨੇ ਸਹਿਯੋਗ ਨਾਲ ਜੋ ਵੀ ਇੰਨਾ ਕੁ ਜਾਣੀ ਕਿਸੇ ਉਪਰਾਲਾ ਕਰਿਆ, ਲਾਇਬ੍ਰੇਰੀ ਹੈ, ਸਕੂਲ ਹੈ ਜਾਂ ਹਸਪਤਾਲ ਹੈਗਾ, ਇੰਨਾ ਕੁ ਅਸੀਂ ਅੱਪ ਹੋ ਗਏ ਹਾਂ। ਸਾਡਾ ਸਾਥ ਦਿੱਤਾ ਵੀ ਸਰਕਾਰ ਨੂੰ। ਜਿਵੇਂ ਹਸਪਤਾਲ ਦੇ ਵਿੱਚ, ਸਰਕਾਰੀ ਹਾਈ ਸਕੂਲ ਦੇ ਵਿੱਚ, ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜੀ ਘਾਟ ਹੈ ਉਹ ਸਰਕਾਰ ਆਪਦੇ ਥੋੜ੍ਹਾ ਧਿਆਨ ਲਿਆ ਕੇ ਸਾਡਾ ਮੰਗਾਂ ਪੂਰੀਆਂ ਕਰੀਏ। ਤਾਂ ਬਈ ਹੁਣ ਜਿਹੜਾ ਇਸ ਹਸਪਤਾਲ ਦੀ ਬਿਲਡਿੰਗ ਬਣ ਗਈ, ਹੁਣ ਵੀ ਇਲਾਜ ਵਗੈਰਾ ਜਿਹੜੇ ਇਸ ਦੇ ਵਿੱਚ ਹੋ ਰਹੇ ਨੇ, ਕਿੰਨਾ ਕੁ ਕੰਮ ਆ ਜਿਹੜਾ ਹੁਣ ਸ਼ੁਰੂ ਕਰ ਦਿੱਤਾ ਗਿਆ? ਕਿਹੜੇ ਕਿਹੜੇ ਡਾਕਟਰ ਨੇ ਜਿਹੜੇ ਇੱਥੇ ਬੈਠਦੇ ਨੇ? ਪਹਿਲਾਂ ਜੀ ਇੱਥੇ ਮੁੱਢਲੇ ਰੂਪ ਦੇ ਵਿੱਚ ਜਦੋਂ ਪਹਿਲਾਂ ਸੀ ਇਹ ਬਿਲਡਿੰਗ ਜਿਹੜੀ ਸਬ ਸੈਂਟਰ ਚੱਲਦਾ ਸੀ, ਉਹ ਜਮਾ ਬਿਲਕੁਲ ਐਵੇਂ ਕਹ ਲਓ ਵੀ ਡਿੱਗਣਯੋਗ ਜਿਹੜੀ ਬਿਲਡਿੰਗ ਸੀਗੀ, ਖਸਤਾ ਹੋ ਚੁੱਕੀ ਸੀ ਬਿਲਕੁਲ ਵੀ। ਫਿਰ ਗੁਰਮੀਤ ਸਿੰਘ ਹੋਰਾਂ ਨੇ ਤੇ ਜਿਹੜੇ ਪਿੰਡ ਦੇ ਹੋਰ ਜਿਹੜੇ ਮੇਨ ਬੰਦੇ ਨੇਗੇ ਵੀ ਮੋਹਤਬਰ ਬੰਦੇ ਆ, ਉਹਨਾਂ ਨੇ ਸੋਚਿਆ ਵੀ ਆਪਾਂ ਕਿਉਂ ਨਾ ਵੀ ਆ ਸਰਕਾਰ ਦੇ ਸਹਿਯੋਗ ਨਾਲ ਤੇ ਕੁਛ ਕੁ ਜਿੰਨਾ ਕੁ ਰਹਿੰਦਾ ਹੋਊ ਵੀ ਉਹ ਆਪਾਂ ਕੋਲੋਂ ਦੇ ਕੇ ਵੀ ਇਸ ਬਿਲਡਿੰਗ ਨੂੰ ਆਪਾਂ ਨਵੇਂ ਸਿਰੇ ਤੋਂ ਦੁਬਾਰੇ ਬਣਾ ਲਈਏ। ਤਾਂ ਕਰਕੇ ਜਿਹੜਾ ਅੱਜ ਤੋਂ 1 ਸਾਲ ਪਹਿਲਾਂ ਜਿਹੜੀ ਇਹਦੀ ਪਲੈਨਿੰਗ ਹੋਈ ਤੇ ਇਹ ਜਿਹੜਾ ਬਣ ਕੇ ਤਿਆਰ ਹੋ। ਸ਼ੁਰੂਆਤੀ ਦੌਰ 'ਚ ਇਹ ਬਿਲਡਿੰਗ ਬਣਨੀ ਸ਼ੁਰੂ ਹੋਈ, ਉਦੋਂ ਸਰਕਾਰ ਦਾ ਸਹਿਯੋਗ ਸੀ ਜਦੋਂ ਸ਼ੁਰੂ ਕੀਤੀ ਗਈ ਇਸ ਬਿਲਡਿੰਗ? ਹਾਂਜੀ, 10 ਲੱਖ ਰੁਪਇਆ ਜਿਹੜਾ ਸਰਕਾਰ ਵੱਲੋਂ ਸ਼ੁਰੂਆਤ ਦੇ ਵਿੱਚ ਦਿੱਤਾ ਗਿਆ। ਬਾਅਦ ਦੇ ਵਿੱਚ ਜਿਹੜਾ ਕਾਂਗਰਸ ਸਰਕਾਰ ਦੀ ਉਦੋਂ ਚੰਨੀ ਸਾਹਿਬ ਦੀ ਸਰਕਾਰ ਸੀਗੀ ਤੇ ਉਹਨਾਂ ਨੇ ਦਿੱਤਾ, ਤੇ ਬਾਅਦ ਦੇ ਵਿੱਚ ਜਿੰਨਾ ਵੀ ਜਿਹੜਾ ਹੋਰ ਸਹਿਯੋਗ ਸੀ 65 ਤੋਂ 70 ਲੱਖ ਦਾ, ਉਹ ਜਿਹੜਾ ਸੰਸਥਾ ਵੱਲੋਂ ਦਿੱਤਾ ਗਿਆ। ਤਾਂ ਬਈ ਜੇ ਮੈਂ ਉਪਰਾਲੇ ਦੀ ਗੱਲ ਕਰ ਲਾਂ, ਉਪਰਾਲਾ ਤਾਂ ਇੰਨਾ ਕੁ ਵੱਡਾ ਵੀ ਇੱਥੇ ਖੁਦ ਮੁੱਖ ਮੰਤਰੀ ਨੂੰ ਚੱਲ ਕੇ ਆਉਣਾ ਚਾਹੀਦਾ। ਅੱਜ ਤੱਕ ਜੇ ਗੱਲ ਕਰ ਲਾਂ ਸਰਕਾਰ ਦੇ ਤਰਫੋਂ ਕੋਈ ਹੌਸਲਾ ਅਫਜ਼ਾਈ ਕਰਨ ਦੇ ਲਈ ਆਇਆ ਕਿ ਤੁਹਾਡਾ ਕੰਮ ਬਹੁਤ ਵੱਡਾ ਤੇ ਅਸੀਂ ਜਲਦੀ ਡਾਕਟਰਾਂ ਦੀ ਜਿਹੜੀ ਪੂਰਤੀ ਉਹ ਕਰ ਦੇਵਾਂਗੇ? ਨਹੀਂ, ਹਾਲੇ ਤੱਕ ਤਾਂ ਕੋਈ ਨਹੀਂ ਆਇਆ। ਪਹਿਲਾਂ ਸਿਹਤ ਮੰਤਰੀ ਸਾਹਿਬ ਦਾ ਦੌਰਾ ਸੀਗਾ, ਉਹਨਾਂ ਨੇ ਵਿਜ਼ਿਟ ਕਰਨ ਆਉਣਾ ਸੀ ਤੇ ਉਹ ਕੁਛ ਉਹਨਾਂ ਦੀ ਕੋਈ ਮਜਬੂਰੀ ਹੋਣੀ ਆ, ਉਹਦਾ ਤਾਂ ਕਰਕੇ ਉਹ ਕੈਂਸਲ ਹੋ ਗਿਆ ਸੀਗਾ। ਵੈਸੇ ਹੁਣ ਵੀ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਵੀ ਇੱਥੇ ਪਹੁੰਚ ਕੇ ਹਸਪੀਟਲ ਦਾ ਜਿਹੜਾ ਉਦਘਾਟਨ ਕਰਨਾ ਚਾਹੀਦਾ। ਜਿਵੇਂ ਮੁਹੱਲਾ ਕਲੀਨਿਕ ਦੀ ਗੱਲ ਚੱਲਦੀ ਹੈ ਵੀ ਕਿਉਂ ਨਾ ਇਹਦੇ ਵਿੱਚ ਹੀ ਖੋਲ੍ਹੇ ਜਾਣੇ। ਬਿਲਡਿੰਗ ਬਣ ਚੁੱਕੀ ਹੈ, ਉਹ ਹੋਰ ਬਿਲਡਿੰਗ 'ਤੇ ਪੈਸਾ ਖਰਚ ਰਿਹਾ, ਸਾਡੇ ਕੋਲ ਬਿਲਡਿੰਗ ਬਣ ਕੇ ਤਿਆਰ ਆ, ਸਾਨੂੰ ਸਟਾਫ ਤੇ ਦਵਾਈਆਂ ਦੀ ਲੋੜ ਆ। ਜਦੋਂ ਕਰੋਨਾ ਆਇਆ, ਕਰੋਨਾ ਨੇ ਇੰਨਾ ਕਹਿਰ ਮਚਾਇਆ ਕਿ ਬਹੁਤ ਸਾਰੀਆਂ ਮੌਤਾਂ ਹੁੰਦੀਆਂ ਨੇ। ਉਦੋਂ ਇੱਕ ਵੱਡੀ ਸਮੱਸਿਆ ਪੰਜਾਬ ਦੇ ਲੋਕਾਂ ਨੂੰ, ਪੂਰੇ ਦੇਸ਼ ਦੇ ਲੋਕਾਂ ਨੂੰ ਵੇਖਣੀ ਪਈ ਕਿ ਆਕਸੀਜਨ ਦੀ ਵੱਡੀ ਸਮੱਸਿਆ ਸੀ। ਇਸ ਹਸਪਤਾਲ ਦੇ ਵਿੱਚ ਉਸ ਤਰ੍ਹਾਂ ਦੇ ਵੀ ਜਿਹੜੇ ਪ੍ਰਬੰਧ ਨੇ ਉਹ ਕੀਤੇ ਗਏ ਨੇ। ਜਿਹੜੀਆਂ ਸਹੂਲਤਾਂ ਇੱਕ ਹਸਪੀਟਲ ਦੇ ਵਿੱਚ ਚਾਹੀਦੀਆਂ ਹੁੰਦੀਆਂ ਉਹ ਮੁਕੰਮਲ ਤੌਰ 'ਤੇ ਇੱਥੇ ਹੈਗੀਆਂ। ਬਸ ਜਿਹੜੀ ਸਾਡੇ ਕੋਲ ਸਹੂਲਤ ਨਹੀਂ ਹੈ ਉਹ ਸਰਕਾਰੀ, ਜਿਵੇਂ ਇੱਥੇ ਸਟਾਫ ਦੀ ਤੇ ਇੱਕ ਫਰਨੀਚਰ ਤੇ ਦਵਾਈਆਂ, ਬਸ ਉਹੀ ਜਿਹੜੀਆਂ ਸਾਨੂੰ ਇੱਥੇ ਚਾਹੀਦੀਆਂ। ਵੀ ਇਹਨੂੰ 24x7 ਦਾ ਜਿਹੜਾ ਹਸਪੀਟਲ, ਇਹ 24 ਘੰਟੇ ਇੱਥੇ ਜਿਹੜੀ ਜਿੰਨੇ ਵੀ ਮਰੀਜ਼ ਆਉਣ ਵੀ ਇੱਥੋਂ ਜਿਹੜੀ ਸਹੂਲਤ ਲੈ ਸਕਣ। ਵੀ ਨੇੜੇ ਤੇੜੇ ਦੇ 5-7 ਪਿੰਡਾਂ ਨੂੰ ਇਹਦਾ ਫਾਇਦਾ ਹੋਵੇ, ਵੀ ਇਕੱਲੇ ਬੱਲੋਂ ਨੂੰ ਫਾਇਦਾ ਨਾ ਹੋਵੇ, ਵੀ ਨੇੜੇ ਦੇ ਹੋਰ ਪਿੰਡਾਂ ਨੂੰ ਵੀ। ਕਿਉਂਕਿ ਸਾਨੂੰ ਇਲਾਜ ਦੇ ਲਈ ਜਦੋਂ ਹੁਣ ਅਸੀਂ ਜਾਂਦੇ ਹਾਂ ਇੱਥੋਂ, ਜਾਂ ਤਾਂ ਸਾਨੂੰ ਰਾਮਪੁਰੇ ਜਾਣਾ ਪੈਂਦਾ ਜਾਂ ਬਾਲਿਆਂ ਵਾਲੀ ਜਾਣਾ ਪੈਂਦਾ। ਰਾਮਪੁਰਾ ਸਾਨੂੰ 15-20 ਕਿਲੋਮੀਟਰ ਪੈ ਜਾਂਦਾ ਤੇ ਬਾਲਿਆਂ ਵਾਲੇ ਵੀ ਇੰਨਾ ਹੀ ਪੈ ਜਾਂਦਾ। ਵੀ ਕਿਉਂਕਿ ਹੁਣ ਜਿਹੜਾ ਗਰੀਬ ਬੰਦਾ ਜਿਹੜਾ ਜਿਹਦੇ ਕੋਲ ਸਰਦਾ ਉਹ ਤੇ ਗੱਡੀ ਲੈ ਜਾਂਦਾ, ਜਿਹੜਾ ਗਰੀਬ ਆ ਉਹਨੂੰ ਉਹ ਵਿਚਾਰਾ ਗੱਡੀ ਨਹੀਂ ਲਿਜਾ ਸਕਦਾ, ਉਹ ਮੌਕੇ ਤੇ ਜਿਹੜਾ ਸਾਂਭ ਸੰਭਾਲ ਨਹੀਂ ਹੋ ਸਕਦੀ ਮਰੀਜ਼, ਤਾਂ ਜੋ ਇੱਥੇ ਜਿਹੜਾ ਸਾਨੂੰ ਸਰ ਸਕੇ। ਇੱਕ ਹੋਰ ਵੀ ਹੈ, ਜਿਸ ਤਰ੍ਹਾਂ ਗੱਡੀ ਦੀ ਗੱਲ ਕੀਤੀ ਹੈ, ਗਰੀਬ ਪਰਿਵਾਰਾਂ ਦਾ ਇੰਨਾ ਕੁ ਔਖਾ ਹੋ ਜਾਂਦਾ ਜਦੋਂ ਜਨੇਪਾ ਹੋਣਾ ਹੁੰਦਾ, ਉਦੋਂ ਵੱਡੀ ਸਮੱਸਿਆ ਆਉਂਦੀ ਹੈ। ਉਸ ਤਰ੍ਹਾਂ ਦੇ ਵੀ ਜਿਹੜੇ ਦੇ ਹਸਪਤਾਲ ਦੇ ਵਿੱਚ ਪ੍ਰਬੰਧ ਜਿਹੜੇ ਕੀਤੇ ਗਏ? ਹਾਂਜੀ, ਬਕਾਇਆ ਤੌਰ 'ਤੇ ਲੇਬਰ ਰੂਮ ਅਸੀਂ ਬਣਾਇਆ ਇੱਥੇ, ਤੇ ਵੀ ਜਿਵੇਂ ਡਿਲੀਵਰੀਆਂ ਵਗੈਰਾ ਔਰਤਾਂ ਦੀਆਂ ਉਹ ਇੱਥੇ ਹੋਇਆ ਕਰਨਗੀਆਂ ਜਦੋਂ ਇਹ ਚਾਲੂ ਹੋ ਗਿਆ। ਤੇ ਉਮੀਦ ਕਰਦੇ ਹਾਂ ਕਿ ਇਸ ਸਟੋਰੀ ਨੂੰ ਵੇਖ ਕੇ, ਇਸ ਕਹਾਣੀ ਨੂੰ ਵੇਖ ਕੇ ਤੇ ਇਹਨਾਂ ਲੋਕਾਂ ਦਾ ਉਦਮ ਵੇਖ ਕੇ ਹੋ ਸਕਦਾ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਹੋਰ ਲੋਕ ਨੇ ਉਹ ਵੀ ਉਦਮ ਕਰਨਗੇ ਆਪਣੇ ਪਿੰਡਾਂ ਨੂੰ। ਇਹਨਾਂ ਸਿਹਤ ਤੇ ਸਿੱਖਿਆ ਦੀ ਜਦੋਂ ਗੱਲ ਆਉਂਦੀ ਹੈ, ਦੋ ਹੀ ਮੁੱਢਲੀਆਂ ਲੋੜਾਂ ਨੇ। ਜਦੋਂ ਇੱਕ ਗਰੀਬ ਦੀ ਗੱਲ ਆਉਂਦੀ ਆ ਤਾਂ ਉਸ ਦੇ ਲਈ ਦੋ ਹੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਔਖੀਆਂ ਨੇ। ਇੱਕ ਸਿਹਤ ਨੂੰ ਲੈ ਕੇ, ਇੱਕ ਜਿਹੜੀ ਸਿੱਖਿਆ ਹੈਗੀ ਆ ਉਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਗਰੀਬ ਲੋਕ ਨੇ ਜਿਹੜੇ ਚਿੰਤਤ ਹੈਗੇ ਨੇ। ਪਰ ਇਸ ਪਿੰਡ ਦਾ ਜਿਹੜਾ ਹੈਗਾ ਵੱਡਾ ਉਪਰਾਲਾ ਕੀਤਾ ਗਿਆ, ਤੇ ਉਪਰਾਲਾ ਵੀ ਇੰਨਾ ਕੁ ਵੱਡਾ ਹੈ ਕਿ ਕੋਈ ਸਿਫਤ ਦੇ ਲਈ ਸ਼ਬਦ ਨਹੀਂ ਹੈਗਾ। ਤੁਹਾਨੂੰ ਫਿਰ ਦੱਸ ਦੇਵਾਂ ਕਿ ਇਹ ਬਠਿੰਡਾ ਜ਼ਿਲ੍ਹੇ ਦਾ ਪਿੰਡ ਵੱਲੋਂ ਹੈ ਤੇ ਮੌੜ ਹਲਕੇ ਦਾ ਇਹ ਪਿੰਡ ਆ। ਤੁਸੀਂ ਜੁੜੇ ਰਹੋ ਸ਼ਬਦ ਦੇ ਨਾਲ। ਮੈਂ ਮਨਪ੍ਰੀਤ ਰਾਮਨਵਾਸ, ਦਿਓ ਆਗਿਆ। ਸਤਿ ਸ਼੍ਰੀ ਅਕਾਲ।